ਇੱਕ ਬਾਣੀ ਚੈਨਲ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਹੁਣ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਰਦਾਰ ਤਜਿੰਦਰਪਾਲ ਸਿੰਘ ਅਮਨ ਜੀ, ਜਿਹੜੇ ਕਿ ਸਿੱਖ ਯੂਥ ਸੇਵਾ ਟਰਸਟ ਦੇ ਵੱਲੋਂ ਬਤੌਰ ਉਹਨਾਂ ਦੇ ਮੁਖੀ ਦੇ ਵਜੋਂ ਸੇਵਾਵਾਂ ਨਿਭਾ ਰਹੇ ਨੇ। ਸਿੱਖ ਯੂਥ ਸੇਵਾ ਟਰਸਟ, ਕਿਉਂਕਿ ਸਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਫਰੰਟ ਫੁੱਟ ਤੇ ਆ ਕੇ, ਇਹ ਨਹੀਂ ਕਿ ਹੁਣ ਕਰੋਨਾ ਮਹਾਮਾਰੀ ਹੈ ਉਸ ਸਮੇਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਇਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਇਹਨਾਂ ਨੂੰ ਲੱਗਦਾ ਨੀਡੀ ਲੋਕ ਨੇ, ਉਹਨਾਂ ਦੇ ਤੱਕ ਇਹਨਾਂ ਦੇ ਵੱਲੋਂ ਚੀਜ਼ਾਂ ਪਹੁੰਚਾਈਆਂ ਜਾਂਦੀਆਂ ਨੇ। ਆਪਣੀਆਂ ਜਿੱਦਾਂ ਵੀ ਹੋ ਸਕਦਾ ਇਹ ਆਪਣੇ ਹਿਸਾਬ ਦੇ ਨਾਲ ਸੇਵਾਵਾਂ ਜਿਹੜੀਆਂ ਸਮੇਂ-ਸਮੇਂ ਤੇ ਦਿੰਦੇ ਰਹਿੰਦੇ ਨੇ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਾਣੀ ਚੈਨਲ ਦੇ ਉੱਤੇ। ਧੰਨਵਾਦ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਾਂਗੀ, ਕਿਉਂਕਿ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਉਸ ਟਾਈਮ, ਬਹੁਤ ਸਟਾਰਟਿੰਗ ਜਿਹੜਾ ਪੀਰੀਅਡ ਜਦੋਂ ਇਹ ਕਰੋਨਾ ਮਹਾਮਾਰੀ ਸ਼ੁਰੂ ਹੋਈ ਸੀਗੀ, ਤੁਸੀਂ ਲਗਭਗ ਜਦੋਂ ਦਾ 1.5 ਸਾਲ ਤੋਂ ਅਸੀਂ ਦੇਖ ਰਹੇ ਹਾਂ ਸਿੱਖ ਯੂਥ ਸੇਵਾ ਟਰਸਟ ਦੇ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਕੰਟੀਨਿਊ। ਜਿੱਦਾਂ ਕੋਈ ਵੀ ਮੁੱਦਾ ਹੁੰਦਾ ਵਾ ਉਹ ਵੀ ਤੁਸੀਂ ਸਮੇਂ-ਸਮੇਂ ਤੇ ਜਿਹੜਾ ਉਹਦੇ ਉੱਪਰ ਵੀ ਗੱਲਬਾਤ ਕਰਦੇ ਰਹਿੰਦੇ ਹੋ। ਔਰ ਗੱਲ ਕੀਤੀ ਜਾਵੇ ਐਟ ਪ੍ਰੈਜ਼ੈਂਟ ਜਿਹੜੀਆਂ ਸੇਵਾਵਾਂ ਦੀ, ਹੁਣ ਕਿਹੜੀਆਂ-ਕਿਹੜੀਆਂ ਸੇਵਾਵਾਂ ਨੇ ਜਿਹੜੀਆਂ ਤੁਹਾਡੀ ਆਰਗੇਨਾਈਜੇਸ਼ਨ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ? ਸਭ ਤੋਂ ਪਹਿਲੇ ਗੁਰੂ ਦੀ ਦਿੱਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਟਾਈਮ ਤੁਸੀਂ ਜਾਣ ਰਹੇ ਹੋ ਕਿ ਜਿਹੜੀ ਇਹ ਮਹਾਮਾਰੀ ਹੈ ਇਹ ਬਹੁਤ ਹੀ ਪੀਕ ਲੈਵਲ ਤੱਕ ਪਹੁੰਚ ਚੁੱਕੀ ਹੈ, ਜਿਹੜਾ ਕਿ ਇਸ ਟਾਈਮ ਮੈਂ ਜਿੱਦ ਤੱਕ ਮੈਂ ਸਮਝ ਰਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਮੋਸਟ ਪ੍ਰੋਬਬਲੀ ਜਿਹੜੀ ਹੈ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਇਹਦੇ ਵਿੱਚ ਜ਼ਿਆਦਾ ਜਿਹੜੀ ਹੈ ਉਹਨੂੰ ਲਾਸ ਹੋ ਰਿਹਾ। ਉਹਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਉਹਦਾ ਕੀ ਰੀਜ਼ਨ ਹੈ, ਐਸਾ ਕਿਉਂ ਹੋ ਰਿਹਾ। ਬਟ ਜਿੱਥੇ ਤੱਕ ਅਸੀਂ ਦੇਖ ਰਹੇ ਹਾਂ ਕਿਧਰੇ ਨਾ ਕਿਧਰੇ ਸਿੱਖ ਕਮਿਊਨਿਟੀ ਵਿੱਚ ਜ਼ਿਆਦਾ ਇਨਵੋਲਵ ਹੈ। ਔਰ ਰਹੀ ਗੱਲ ਸਾਡੀਆਂ ਸੇਵਾਵਾਂ ਦੀ, ਜਿਸ ਤਰ੍ਹਾਂ ਕਿ ਅਸੀਂ ਪਹਿਲੇ ਵੀ ਦੱਸਿਆ, ਸੈਨੀਟਾਈਜ਼ ਅਸੀਂ ਕਰ ਰਹੇ ਹਾਂ। ਜਿਹੜੇ ਨੀਡੀ ਲੋਕ ਜਿਹਨੂੰ ਸਾਨੂੰ ਪਤਾ ਹੈ ਜਿਨ੍ਹਾਂ ਨੂੰ ਰਾਸ਼ਨ ਦੀ ਬਿਲਕੁਲ ਜ਼ਰੂਰਤ ਹੈ, ਉਹ ਅਸੀਂ ਵੈਰੀਫਾਈ ਕਰਕੇ ਦੇ ਰਹੇ ਹਾਂ, ਕਿਉਂਕਿ ਇਹ ਵਾਲਾ ਜਿਹੜਾ ਲਾਕਡਾਊਨ ਹੈ ਪਿਛਲੇ ਵਾਰੀ ਦੀ ਤਰ੍ਹਾਂ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜੀ ਕਰਿਆਨਾ ਸ਼ਾਪਸ ਇਹ ਸਭ ਖੁੱਲਦੀਆਂ ਨੇ। ਸਬਜ਼ੀ ਵਾਲੇ ਜਿਹੜੇ ਪਿਛਲੇ ਸਾਲ ਜਿਹੜੇ ਰੇਹੜੀ ਨਹੀਂ ਲਗਾ ਸਕਦੇ ਸਨ, ਅੱਜ ਉਹ ਰੇਹੜੀ ਲਗਾ ਕੇ ਆਪਣਾ ਬਿਜ਼ਨਸ ਕਰ ਰਹੇ ਨੇ। ਜਿਹੜਾ ਮਜ਼ਦੂਰ ਤਬਕਾ ਉਹ ਆਪਣੀ ਮਜ਼ਦੂਰੀ ਕਰ ਰਿਹਾ, ਆਪਣੀ ਦਿਹਾੜੀ ਲਗਾ ਰਿਹਾ ਹੈ। ਇਸ ਵਾਰੀ ਉਸ ਟਾਈਪ ਦਾ ਜਿਹੜਾ ਮਤਲਬ ਕਿ ਪਿਛਲੇ ਸਾਲ ਦਾ ਲਾਕਡਾਊਨ ਸੀ ਉਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈ। ਬਟ ਹਾਂ, ਕੁਝ ਲੋਕ ਐਸੇ ਹਨ ਜਿਹੜੇ ਹੈਂਡੀਕੈਪਸ ਹਨ ਤੇ ਉਹਨਾਂ ਤੱਕ ਸਾਡੀ ਕੋਸ਼ਿਸ਼ ਹੈ ਕਿ ਡਰਾਈ ਰਾਸ਼ਨ ਜਿਹੜਾ ਉਹ ਅਸੀਂ ਡਿਸਟ੍ਰੀਬਿਊਟ ਕਰ ਰਹੇ ਹਾਂ, ਕਿਉਂਕਿ ਇਸ ਵਾਰੀ ਤੁਸੀਂ ਦੇਖ ਰਹੇ ਹੋ ਜਿਹੜੀ ਲੰਚ ਟਿਫਨਸ ਦੀ ਜਿਹੜੀ ਸੇਵਾ ਹੈ ਹਰ ਇੱਕ ਆਰਗੇਨਾਈਜੇਸ਼ਨ ਜਿਹੜੀ ਹੈ ਬਖੂਬੀ ਨਿਭਾ ਰਹੀ ਹੈ। ਸਪੈਸ਼ਲੀ ਕੋਵਿਡ ਪੇਸ਼ੈਂਟਸ ਤੱਕ ਉਹ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਕੰਟੈਕਟਸ ਐਡਰੈਸ ਦੇ ਕੇ ਉਹ ਉੱਥੇ ਵੱਧ ਤੋਂ ਵੱਧ ਜਿੰਨਾ ਹੋ ਸਕ ਰਿਹਾ ਉਹ ਉੱਥੇ ਪਹੁੰਚਾ ਰਹੇ ਨੇ। ਤੇ ਇਸ ਵਾਰੀ ਸਾਡੀ ਵੀ ਇਹੋ ਕੋਸ਼ਿਸ਼ ਹੈ ਕਿ ਅਸੀਂ ਵੀ ਉਹਨਾਂ ਨਾਲ ਕਿਉਂਕਿ ਇਸ ਟਾਈਮ ਅਸੀਂ ਜਾਤ ਪਾਤ ਨੂੰ ਛੱਡ ਕੇ ਇੱਕ ਇਨਸਾਨੀਅਤ ਦੇ ਖਾਤਰ ਹਰ ਇੱਕ ਇਨਸਾਨ ਦੇ ਨਾਲ ਚੱਲ ਰਹੇ ਹਾਂ। ਜਿਹੜੀ ਸੇਵਾ ਕੋਈ ਨਿਭਾ ਰਿਹਾ ਹੈ ਅਸੀਂ ਉਹਨੂੰ ਡਿਸਟਰਬ ਨਹੀਂ ਕਰੇ, ਸਗੋਂ ਸਾਨੂੰ ਕੋਈ ਅਗਰ ਅਪਰੋਚ ਕਰਦਾ ਟਿਫਨ ਲਈ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ ਔਰ ਬਖੂਬੀ ਉਹਨਾਂ ਨੂੰ ਨੰਬਰ ਵਗੈਰਾ ਐਡਰੈਸ ਦਿੰਦੇ ਤਾਂ ਕਿ ਸਾਡੀ ਬਾਕੀ ਅਸੀਂ ਸੇਵਾਵਾਂ ਵਿੱਚ ਮਸ਼ਰੂਫ ਰਹੀਏ ਤੇ ਉਹ ਵੀ ਜਿਹੜੀ ਸੇਵਾ ਜਿਹੜੀ ਉਹ ਨਿਭਾ ਰਹੇ ਨੇ ਤੇ ਉਹ ਨਿਭਾਉਣ। ਉਹਦੇ ਨਾਲ ਨਾਲ ਬਾਕੀ ਸੈਨੀਟਾਈਜੇਸ਼ਨ ਤੇ ਹੋ ਹੀ ਰਹੀ ਹੈ, ਸੰਸਕਾਰ ਦੀ ਸੇਵਾ ਵੀ ਗੁਰੂ ਮਹਾਰਾਜ ਲੈ ਰਹੇ ਨੇ ਜੀ। ਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਇਹ ਅਸੀਂ ਦਿਨ ਬ ਦਿਨ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਈਵਨ ਕਿ ਬਲੱਡ ਡੋਨੇਸ਼ਨਸ ਤੱਕ ਵੀ ਵੀਰ ਮੇਰੇ ਕਰ ਰਹੇ ਨੇ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਇਸ ਟਾਈਮ ਲੋਕੀ ਆਪਣੇ ਪ੍ਰਿਯਜਨਾਂ ਨਾਲ ਮਾਫੀ ਚਾਹਨਾ, ਆਪਣੇ ਰਿਲੇਟਿਵਸ ਜਿਹੜੇ ਉਹਨਾਂ ਦੇ ਨਹੀਂ ਪਹੁੰਚ ਸਕਦੇ ਹਸਪੀਟਲਾਂ ਦੇ ਵਿੱਚ ਡਰਦੇ ਨੇ, ਪਰ ਮੈਂ ਇਹਨਾਂ ਵਾਲੰਟੀਅਰਸ ਨੂੰ ਦਿਲੋਂ ਸਲੂਟ ਕਰਦਾ ਜਿਹੜੇ ਉੱਥੇ ਜਾ ਕੇ ਬਲੱਡ ਡੋਨੇਟ ਕਰਦੇ ਨੇ ਤੇ ਹੋਰ ਜਿਹੜੀਆਂ ਸੇਵਾਵਾਂ ਜਿਹੜੀਆਂ ਇਸ ਟਾਈਮ ਨਿਭਾ ਰਹੇ ਨੇ। ਜੀ ਵੀਰ ਜੀ, ਜਿੱਦਾਂ ਆਕਸੀਜਨ ਦੀ ਜਿਹੜੀ ਕੰਸਨਟ੍ਰੇਟਰ ਜਾਂ ਸਿਲੰਡਰ ਉਹ ਵੀ ਤੁਹਾਡੇ ਰਾਹੀਂ ਪ੍ਰੋਵਾਈਡ ਕੀਤੇ ਜਾ ਰਹੇ ਨੇ। ਔਰ ਇੱਕ ਗੱਲ ਮੈਂ ਇੱਥੇ ਭੁੱਲ ਗਈ, ਆਪਾਂ ਗੱਲਾਂ ਸ਼ੁਰੂ ਕਰ ਦਿੱਤੀਆਂ ਤੇ ਸਭ ਤੋਂ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕ ਹੈ ਤੁਹਾਨੂੰ। ਮੇਰੇ ਜਿਹੜੇ ਸਾਰੇ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਵੀ ਮੈਂ ਦੱਸ ਦੇਵਾਂ ਕਿ ਅੱਜ ਹਾਂਜੀ ਜਨਮ ਦਿਨ ਤੇ ਚਲੋ ਜੀ ਆਂਦੇ ਜਾਂਦੇ ਰਹਿਣਗੇ। ਅਗਰ ਸੰਸਾਰ ਸੁਖੀ ਰਹੇਗਾ ਤੇ ਜਨਮ ਦਿਨ ਮਨਾਵਾਂਗੇ। ਇਸ ਟਾਈਮ ਅਸੀਂ ਇਸ ਪੀਕ ਲੈਵਲ ਤੇ ਆ ਕੇ ਸਾਨੂੰ ਤਾਂ ਸਭ ਕੁਝ ਭੁੱਲ ਚੁੱਕਿਆ ਹੈ। ਅਸੀਂ ਬਸ ਇਹੋ ਚਾਹੁੰਦੇ ਕਿ ਸਰਬਤ ਦਾ ਭਲਾ ਹੋਏ, ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ, ਤੰਦਰੁਸਤੀਆਂ ਬਖਸ਼ਣ, ਇਹ ਮਹਾਮਾਰੀ ਖਤਮ ਹੋਏ। ਉਹਦੇ ਬਸ ਉਹੀ ਸਾਡੀ ਖੁਸ਼ੀ, ਉਹੀ ਸਾਡਾ ਜਨਮ ਦਿਨ ਹੋਏਗਾ ਜਿਸ ਦਿਨ ਇਹ ਮਹਾਮਾਰੀ ਸਾਡੀ ਖਤਮ ਹੋ ਜਾਏ ਤੇ ਵਾਪਸ ਜਿਤਨੀ ਵੀ ਦੁਨੀਆ ਹੈ ਸਾਰੀ ਆਪਣੇ ਆਪਣੇ ਘਰਾਂ 'ਚ ਹੱਸੇ ਵਸੇ ਖੇਡੇ। ਸਭ ਤੋਂ ਵੱਡੀ ਸਾਡੇ ਵਾਸਤੇ ਇਸ ਟਾਈਮ ਇਹੋ ਹੀ ਕੋਸ਼ਿਸ਼ ਹੈ। ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਇਹ ਜਨਮ ਦਿਨ ਦੀ ਜਿਹੜੀ ਵਧਾਈ ਦਿੱਤੀ ਉਹਦੇ ਲਈ। ਕਿਉਂਕਿ ਮੈਨੂੰ ਤੁਹਾਨੂੰ ਮੈਂ ਜਿੱਦਾਂ ਕਿ ਇਹ
ਮਤਲਬ ਕਿ ਹੁਣ ਗੱਲਬਾਤ ਕਰਦੇ ਲਾਈਵ ਤਾਂ ਗੱਲ ਕਰਕੇ ਵੀ ਸਾਂਝੀ ਕੀਤੀ ਹੈ ਕਿ ਮੈਂ ਜਿਹੜੇ ਵਿਊਅਰਸ ਲਾਈਵ ਦੇਖ ਰਹੇ ਨੇ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਜਦੋਂ ਅੱਜ ਸਵੇਰੇ ਵੀਰ ਹੋਣਾ ਨਾਲ ਮੇਰੀ ਗੱਲ ਹੋਈ ਸੀਗੀ ਤਾਂ ਆਪਾਂ ਜਨਮ ਦਿਨ ਦੇ ਉੱਤੇ ਫਿਰ ਵੀ ਹੁੰਦਾ ਹੈ ਕਿ ਮੇਰਾ ਅੱਜ ਕਿਤੇ ਨਾ ਕਿਤੇ ਸਾਡੇ ਦਿਮਾਗ 'ਚ ਹੁੰਦਾ ਹੈ ਇਹ ਲੋਕੋਚਾਰ ਬਣਿਆ ਹੋਇਆ ਕਿ ਅੱਜ ਮੇਰਾ ਡੇ ਹੈ ਜਾਂ ਪੂਰਾ ਦਿਨ ਫਰੀ ਰਹਿਣਾ ਜਾਂ ਕੁਝ ਵੀ। ਜਦੋਂ ਤੁਹਾਡੇ ਨਾਲ ਸਵੇਰੇ ਗੱਲ ਹੋਈ ਸੀ ਤਾਂ ਉਸ ਸਮੇਂ ਤੁਸੀਂ ਜਿੱਦਾਂ ਆਕਸੀਜਨ ਸਿਲੰਡਰ ਅਰੇਂਜ ਕਰਨ ਗਏ ਹੋਏ ਸੀ, ਫਿਰ ਉਸ ਦੇ ਬਾਅਦ ਉੱਥੋਂ ਪਹੁੰਚਾਉਣ ਗਏ ਹੋਏ ਸੀ ਪੇਸ਼ੈਂਟ ਨੂੰ ਜਿਹਨੂੰ ਜ਼ਰੂਰਤ ਸੀ, ਬਾਖੂਬੀ ਆਪਣਾ ਜਨਮ ਦਿਨ ਜਿਹੜਾ ਤੁਸੀਂ ਮਨਾ ਰਹੇ ਹੋ। ਇਹੀਓ ਆ, ਅਗਰ ਮਾਨਵਤਾ ਦੀ ਸੇਵਾ ਕਰ ਰਹੇ ਹੋ ਤਾਂ ਜਨਮ ਦਿਨ ਮੈਨੂੰ ਲੱਗਦਾ ਇਸ ਤੋਂ ਵਧੀਆ ਹੋਰ ਕਿਸੇ ਤਰੀਕੇ ਨਾਲ ਨਹੀਂ ਮਨਾਇਆ। ਭੈਣ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਟਾਈਮ ਸਭ ਤੋਂ ਵੱਡਾ ਸਾਡਾ ਇਹੋ ਹੀ ਹੈ ਕਿ ਜਿਤਨਾ ਹੋ ਸਕੇ ਕਿ ਕਿਸੇ ਦੇ ਕੰਮ ਆਈਏ ਤੇ ਜਿਤਨੀ ਜ਼ਿੰਦਗੀਆਂ ਬਚਾਣੇ ਵਾਲਾ ਤੇ ਦੇਣ ਵਾਲਾ ਤੇ ਗੁਰੂ ਮਹਾਰਾਜ ਉਹਨਾਂ ਤੋਂ ਤੇ ਅਸੀਂ ਕੁਝ ਵੀ ਨਹੀਂ ਆ। ਬਸ ਆਪਣੀਆਂ ਅਰਦਾਸਾਂ ਤੇ ਦੁਆਵਾਂ ਕਰੀਦਾ ਕਿ ਭਾਈ ਜਿੱਥੇ ਤੱਕ ਸਾਡੀ ਸੇਵਾ ਹੈ ਅਸੀਂ ਉੱਥੇ ਪਹੁੰਚੀਏ ਔਰ ਸੇਵਾ ਕਰ ਸਕੀਏ। ਜੀ, ਔਰ ਰੈਨਾ ਸਿੰਘ ਤੁਹਾਨੂੰ ਬਰਥਡੇ ਵਿਸ਼ ਕਰ ਰਹੇ ਨੇ। ਜੀ ਹੈਪੀ ਬਰਥਡੇ ਜੀ। ਔਰ ਜਿੱਦਾਂ ਮੈਂ ਆਪਾਂ ਗੱਲ ਕੀਤੀ ਸੀ ਆਕਸੀਜਨ ਕੰਸੈਂਟਰੇਟਰਸ ਜਾਂ ਆਕਸੀਜਨ ਸਿਲੰਡਰ ਜਿਹੜੇ ਪ੍ਰੋਵਾਈਡ ਕੀਤੇ ਜਾ ਰਹੇ ਨੇ ਵੀਰ ਜੀ, ਕਿ ਹੁਣ ਪਰੇਸ਼ਾਨੀਆਂ ਆ ਰਹੀਆਂ ਨੇ ਜਿੱਦਾਂ ਸਟਾਰਟਿੰਗ ਦੇ ਵਿੱਚ ਹੁਣ ਪ੍ਰਸ਼ਾਸਨ ਦੇ ਵੱਲੋਂ ਕੁਝ ਰਿਸਟ੍ਰਿਕਸ਼ਨਸ ਬਾਉਂਡੇਸ਼ਨਸ ਵਗੈਰਾ ਕੀਤੀਆਂ ਗਈਆਂ ਨੇ ਕਿ ਉਹਦੇ ਨਾਲ ਕੋਈ ਦਿੱਕਤ ਆ ਰਹੀ ਹੈ ਅਰੇਂਜ ਕਰਨ ਦੇ ਵਿੱਚ ਜਾਂ? ਜੀ ਦੇਖੋ ਮੋਸਟ ਪ੍ਰੋਬਬਲੀ 90% ਲੋਕਾਂ ਨੇ ਸਿਲੰਡਰ ਜਿਹੜੇ ਨੇ ਆਪਣੇ ਘਰਾਂ ਵਿੱਚ ਲੈ ਕੇ ਨਾ ਰੱਖ ਲਏ ਹੋਏ ਆ। ਹੁਣ ਜਿਹੜੀ ਪਰੇਸ਼ਾਨੀ ਹੈ ਉਹ ਹੈ ਰੀਫਿਲਿੰਗ ਦੀ। ਰੀਫਿਲਿੰਗ ਜਿਹੜੀ ਹੈ ਅਗਰ ਦੇਖਿਆ ਜਾਏ ਤਾਂ ਗਵਰਨਮੈਂਟ ਦੀ ਤਰਫੋਂ ਠੀਕ ਵੀ ਹੈ ਤੇ ਇੱਕ ਤਰਫੋਂ ਗਲਤ ਵੀ ਹੈ। ਠੀਕ ਇਸ ਕਰਕੇ ਹੈ ਕਿਉਂਕਿ ਇਹਦੀ ਬਲੈਕ ਮਾਰਕੀਟਿੰਗ ਵਧਣੀ ਸ਼ੁਰੂ ਹੋ ਗਈ ਸੀ, ਔਰ ਗਲਤ ਇਸ ਕਰਕੇ ਹੈ ਜਿਹੜੇ ਨੀਡੀਅਨ ਉਹਨਾਂ ਤੱਕ ਗੈਸ ਨਹੀਂ ਪਹੁੰਚ ਰਹੀ, ਉਹਨਾਂ ਨੂੰ ਸਿਲੰਡਰ ਅਵੇਲੇਬਲ ਨਹੀਂ ਹੋ ਰਹੇ ਤੇ ਇਸ ਕਰਕੇ ਹੁਣ ਕੋਈ ਸਮਝ ਨਹੀਂ ਆ ਰਹੀ। ਇਹ ਤੇ ਸਾਨੂੰ ਆਪ ਦੇਖਣਾ ਚਾਹੀਦਾ ਹੈ ਕਿ ਅਸੀਂ ਇਸ ਸਿਚੁਏਸ਼ਨ ਨਾਲ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਮੈਂ ਮਾਫੀ ਚਾਹਾਂਗਾ ਹੁਣ ਕਈ ਐਸੇ ਲੋਕ ਹਨ ਜਿਨ੍ਹਾਂ ਦੇ ਘਰ ਵਿਚਾਰੇ ਇਸ ਮਹਾਮਾਰੀ ਨਾਲ ਜਿਹੜੇ ਆਪਣੇ ਪ੍ਰਿਯਜਨਾਂ ਨੂੰ ਖੋ ਦਿੰਦੇ ਨੇ, ਉਹਨਾਂ ਦੇ ਘਰ 2-3 ਸਿਲੰਡਰ ਜਿਹੜੇ ਇਸ ਟਾਈਮ ਤੱਕ ਅਵੇਲੇਬਲ ਹਨ, ਬਟ ਉਹ ਵਾਪਿਸ ਨਹੀਂ ਕਰ ਰਹੇ। ਮੈਂ ਪਹਿਲੇ ਵੀ ਉਹਨਾਂ ਅੱਗੇ ਰਿਕੁਐਸਟ ਕੀਤੀ ਸੀ ਕਿ ਅਗਰ ਤੁਸੀਂ ਕਿਸੇ ਕੋਲੋਂ ਵੀ ਸਿਲੰਡਰ ਲਿਆ ਹੈ ਜਾਂ ਰੈਂਟ ਪਰ ਲਿਆ ਹੈ ਜਾਂ ਕੁਝ ਵੀ ਕੀਤਾ ਹੈ, ਪਲੀਜ਼ ਇਸ ਟਾਈਮ ਤੁਸੀਂ ਇਹ ਚੀਜ਼ ਛੱਡ ਕੇ ਮਤਲਬ ਦੇਖੋ ਅਗਰ ਕੋਈ ਐਨਜੀਓ ਜਾਂ ਕੋਈ ਗੈਸ ਏਜੰਸੀ ਵਾਲਾ ਤੁਹਾਡੇ ਉਸ ਔਖੇ ਸਮੇਂ ਤੇ ਕੰਮ ਆ ਸਕਦਾ ਜਿਸ ਲਈ ਤੁਹਾਨੂੰ ਨੀਡ ਸੀ, ਤੇ ਤੁਸੀਂ ਇਹ ਨਾ ਭੁੱਲੋ ਕਿ ਤੁਹਾਡੇ ਅਗਲੀ ਵਾਰੀ ਵੀ ਕੰਮ ਆਏਗਾ ਜਦੋਂ ਤੁਹਾਨੂੰ ਵਾਪਸ ਨੀਡ ਪੈਗੀ। ਸੋ ਘਰ ਦੇ ਅੰਦਰ ਸਿਲੰਡਰ ਰੱਖ ਕੇ ਸ਼ਾਰਟੇਜ ਲਾਸ ਨਾ ਹੋਏ ਔਰ ਬਲੈਕ ਮਾਰਕੀਟਿੰਗ ਹੋ ਰਹੀ ਹੈ। ਇੱਕ ਕਿਸਮ ਦਾ ਮਤਲਬ ਇਹ ਬਿਜ਼ਨਸ ਹੋਣਾ ਸ਼ੁਰੂ ਹੋ ਗਿਆ। ਮਾਫੀ ਚਾਹਾਂਗਾ ਹੁਣ ਅੱਜ ਕੋਲ 2 ਦਿਨ ਪਹਿਲੇ ਇੱਕ ਬਾਇਓ ਪਾਈਪ ਕਰਕੇ ਸਾਨੂੰ ਇੱਕ ਕਾਲ ਆਉਂਦੀ ਹੈ ਕਿ ਬਾਇਓ ਪਾਈਪ ਅਰੇਂਜ ਕਰਵਾ ਦਿਓ ਜੀ। ਮੈਨੂੰ ਇਹ ਸਮਝ ਨਹੀਂ ਆ ਰਹੀ ਅੱਜ ਦੀ ਡੇਟ ਦੇ ਵਿੱਚ ਮੈਨੂੰ 10 ਤੋਂ 15 ਕਾਲਸ ਆ ਗਈਆਂ ਅਲੱਗ-ਅਲੱਗ ਕਿ ਬਾਇਓ ਪਾਈਪ ਅਰੇਂਜ ਕਰਵਾ ਦਿਓ। ਹੁਣ ਸਿਲੰਡਰ ਦਾ ਟੈਸ਼ਨ ਖਤਮ ਹੋ ਚੁੱਕਿਆ, ਹੁਣ ਬਾਇਓ ਪਾਈਪ। अरे भाई बायो पाइप हॉस्पिटल अगर अवेलेबल नहीं है तो मार्केट कितों आएगी? मार्केट मैं परसों जो अरेंज करान किसी दे रहा था ਉਹਦੀ ਕਾਸਟ ਸੀ 3000 ਤੇ ਅੱਜ ਇੱਕ ਦਿਨ ਦੇ ਬਾਅਦ ਉਹਦੀ ਕਾਸਟ ਹੋ ਗਈ 4500। ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਡਾਕਟਰ ਸਾਹਿਬਾਨ ਤੇ ਆਪਣਾ ਕੰਮ ਕਰਦੇ ਨੇ। ਹੁਣ ਮੈਨੂੰ ਇੱਕ ਫੋਨ ਕਾਲ ਆਂਦੀ ਹੈ ਤੁਹਾਡੇ ਇਸ ਲਾਈਵ ਤੋਂ ਪਹਿਲੇ ਕਿ ਗਾਂਧੀ ਨਗਰ ਪੇਸ਼ੈਂਟ ਨੂੰ ਡਾਕਟਰ ਸਾਹਿਬ ਨੇ ਬੋਲਿਆ ਕਿ ਬਾਇਓ ਪਾਈਪ ਅਰੇਂਜ ਕਰਵਾ ਦਿਓ। ਦੇਖੋ ਹਸਪੀਟਲ ਵਾਲੇ ਅਗਰ ਇਹ ਚੀਜ਼ਾਂ ਬੋਲਣਗੇ ਫਿਰ ਕਿਧਰੇ ਨਾ ਕਿਧਰੇ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਗਲਤ ਹੈ ਔਰ ਪ੍ਰਸ਼ਾਸਨ ਨੂੰ ਇਸ ਚੀਜ਼ ਦੇ ਉੱਪਰ ਧਿਆਨ ਰੱਖਣਾ ਚਾਹੀਦਾ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਫੰਡ ਦੇ ਵਿੱਚ ਕਰੋੜਾਂ ਰੁਪਏ ਆਏ, ਅਰਬਾਂ ਰੁਪਏ ਆਏ, ਪਰ ਕਿੱਥੇ ਗਏ ਉਹ ਸਾਨੂੰ ਨਹੀਂ ਪਤਾ। ਅਜੇ ਤੱਕ ਅਸੀਂ ਜੰਮੂ ਕਸ਼ਮੀਰ ਦੇ ਹਸਪੀਟਲ ਦੇਖ ਲਈਏ, ਸਾਨੂੰ ਅਜੇ ਤੱਕ ਕੋਈ ਵੀ ਚੀਜ਼ ਉੱਥੇ ਅਵੇਲੇਬਲ ਨਹੀਂ ਹੈ। ਦਾਅਵੇ ਕੀਤੇ ਜਾ ਰਹੇ ਹਨ 500 ਬੈੱਡ ਲੱਗ ਰਿਹਾ ਹੈ ਯਾਤਰੀ ਭਵਨ ਦੇ ਕੋਲ। ਸਰ ਇਸ ਟਾਈਮ ਇਤਨੀ ਮਹਾਮਾਰੀ ਹੈ, ਇੱਕ ਹਫ਼ਤੇ ਤੋਂ ਅਸੀਂ ਦੇਖ ਰਹੇ ਹਾਂ ਜਿਹੜੇ ਲੀਡਰ ਨੇ ਜਿਹੜੇ ਆਗੂ ਉੱਥੇ ਜਾ ਕੇ ਦੌਰੇ ਕਰ ਰਹੇ ਨੇ, ਇਹ ਨਹੀਂ ਕਰ ਰਹੇ ਕਿ ਉਹਨੂੰ ਜਿੰਨੀ ਜਲਦੀ ਹੋ ਸਕੇ ਤਿਆਰ ਕੀਤਾ ਜਾਏ। ਇਸ ਟਾਈਮ ਦੌਰੇ ਕਰਨੇ ਦਾ ਨਹੀਂ ਹੈ, ਫੋਟੋ ਖਿਚਾਣੇ ਦਾ ਸਿਸਟਮ ਨਹੀਂ ਹੈ ਭਾਈ ਸਾਹਿਬ। ਅਗਰ ਇਨਸਾਨ ਹੋਏਗਾ, ਦੁਨੀਆ ਹੋਏਗੀ ਤੇ ਤੁਹਾਨੂੰ ਕੋਈ ਪਛਾਣੇਗਾ। ਅਗਰ ਦੁਨੀਆ ਨਹੀਂ ਰਹੇਗੀ ਤੁਹਾਨੂੰ ਕੌਣ ਪਛਾਣੇਗਾ? ਤੁਸੀਂ ਕੀ ਕਰਨੇ ਆ ਫੋਟੋ ਖਿਚਾ ਕੇ? इतना टाइम लग गया सिर्फ 500 बेड का अरेंजमेंट करने वास्ते, आज एक हफ्ता लग गया। हजे तक तुसी देख लो ढांचा इसी तरह ही पिया हुआ है, कोई उत्थे इंप्रूवमेंट नहीं है, कोई कुछ भी नहीं है। सो ये बहुत ज्यादा डिले हो रहा है। क्यों हो रहा है, किस वजह नाल हो रहा है, वाहिगुरू जानता है जी इस चीज ਦੇ ਬਾਰੇ ਚ। ਜੀ ਇਦਾਂ ਨਹੀਂ ਲੱਗਦਾ ਜਿੱਦਾਂ ਪਿਛਲੇ ਸਾਲ ਇਹ ਗੱਲ ਨਾ ਮੈਂ ਸਟਾਰਟਿੰਗ ਦੇ ਵਿੱਚ ਵੀ ਕੀਤੀ ਸੀ, ਜਿੱਦਾਂ ਪਿਛਲੇ ਸਾਲ ਸਾਨੂੰ ਲੱਗਦਾ ਸੀ ਕਰੋਨਾ ਮਹਾਮਾਰੀ ਆ ਜਿਹੜਾ ਅਚਾਨਕ ਆ ਗਈ, ਇੰਨੀ ਭਾਰੀ ਮਹਾਮਾਰੀ
ਅਸੀਂ ਉਦੋਂ ਪ੍ਰੀਪੇਅਰ ਨਹੀਂ ਸੀ, ਪ੍ਰਸ਼ਾਸਨ ਵੀ ਪ੍ਰੀਪੇਅਰ ਨਹੀਂ ਸੀ, ਗਵਰਨਮੈਂਟ ਪ੍ਰੀਪੇਅਰ ਨਹੀਂ ਸੀ, ਪਤਾ ਨਹੀਂ ਸੀਗਾ ਕਿ ਇਹ ਇੰਨੀ ਖਤਰਨਾਕ ਬਿਮਾਰੀ ਹੋ ਸਕਦੀ ਹੈ। ਲੇਕਿਨ ਦੇਖੋ 1.5 ਸਾਲ ਦੇ ਬਾਅਦ ਤੇ ਪ੍ਰੀਪੇਅਰ ਹੋ ਜਾਣਾ ਚਾਹੀਦਾ ਸੀ ਨਾ, ਤੇ ਇਦਾਂ ਨਹੀਂ ਲੱਗਦਾ ਕਿ ਜਿੱਦਾਂ ਡੇ ਫਸਟ ਦੀ ਤਰ੍ਹਾਂ ਹੀ ਆ ਹੁਣ ਵੀ ਹਾਲਾਤ, ਕੁਝ ਵੀ ਨਹੀਂ ਲੱਗਦਾ ਕਿ ਕੁਝ। ਬਿਲਕੁਲ ਬਿਲਕੁਲ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕਰੋਨਾ ਵਾਇਰਸ ਜਿਹੜੀ ਕਰੋਨਾ ਦੀ ਮਹਾਮਾਰੀ ਸੀ, ਇਹ ਖਤਮ ਨਹੀਂ ਹੋਈ ਸੀ। ਕੇਸਿਸ ਆਨੇ ਘਟ ਗਏ ਸਨ, ਬਟ ਅਗਰ ਤੁਸੀਂ ਇਹਨੂੰ ਬੋਲਦੇ ਕਿ ਟੋਟਲੀ ਖਤਮ ਸੀ, ਟੋਟਲੀ ਖਤਮ ਨਹੀਂ ਸੀ। ਦਿਨ ਦੇ ਵਿੱਚ ਤੁਸੀਂ 1 ਤੋਂ 2 ਕੇਸਿਸ ਜਿਹੜੇ ਆਉਂਦੇ ਸਨ। ਈਵਨ ਜਿਹੜਾ ਸਾਡਾ ਗਾਂਧੀ ਨਗਰ ਹਸਪੀਟਲ ਹੈ, ਇਸ ਲਾਕਡਾਊਨ ਤੋਂ ਸਿਰਫ 1 ਮਹੀਨਾ ਪਹਿਲੇ ਉਹਨੂੰ ਰੀਓਪਨ ਕੀਤਾ ਗਿਆ ਵਾਪਸ ਆਮ ਪਬਲਿਕ ਵਾਸਤੇ। ਉਸ ਤੋਂ ਪਹਿਲੇ ਉਹਨੂੰ ਕੋਵਿਡ ਹਸਪੀਟਲ ਹੀ ਕਿਹਾ ਜਾਂਦਾ ਸੀ। ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਪਿਛਲੇ ਸਾਲ ਜਿਹੜੇ ਵਾਅਦੇ ਕੀਤੇ ਗਏ ਸਨ ਕਿ ਅਸੀਂ ਇਹ ਕਰਾਂਗੇ, 230 ਬੈੱਡ ਜਿਹੜਾ ਪ੍ਰਧਾਨ ਮੰਤਰੀ ਦੇ ਥਰੂ ਜਿਹੜਾ ਵੈਂਟੀਲੇਟਰ ਬੈੱਡ ਹੈ, ਜੋ ਅਸੀਂ ਸੁਣਿਆ ਸੀ ਕਿ ਉਹਦੇ ਰਿਲੀਫ ਫੰਡ ਦੇ ਵਿੱਚੋਂ ਆਇਆ, ਬੈੱਡ ਤੇ ਆ ਗਏ, ਬੈड्स आ गए, वेंटिलेटर आ गए, उन्हें चलाने वाला कोई नहीं है। भाई साहब इतनी बेरोजगारी है, इतना यूथ साडा जिहड़ा है वो अनएम्प्लॉयमेंट है। ਤੁਹਾਨੂੰ ਚਾਹੀਦਾ ਸੀ ਜੇਕੇ ਗਵਰਨਮੈਂਟ, ਜੰਮੂ ਕਸ਼ਮੀਰ ਗਵਰਨਮੈਂਟ ਨੂੰ ਚਾਹੀਦਾ ਸੀ, ਸੈਂਟਰ ਗਵਰਨਮੈਂਟ ਨੂੰ ਚਾਹੀਦਾ ਸੀ, ਯੂਥ ਨੂੰ ਜਿਹੜੇ ਪੜ੍ਹੇ ਲਿਖੇ ਐਜੂਕੇਟਿਡ ਪਰਸਨ ਹਨ ਉਹਨਾਂ ਨੂੰ ਇੱਕ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਜਾਏ। ਉਹਦੇ ਨਾਲ ਸਾਡੀ ਅਨਐਮਪਲੋਇਮੈਂਟ ਵੀ ਖਤਮ ਹੋਣੀ ਸੀ। ਜਿਹੜੇ ਯੂਥ ਦਿਨ ਬ ਦਿਨ ਸੜਕਾਂ ਪਰ ਪ੍ਰਦਰਸ਼ਨ ਕਰ ਰਹੇ ਉਹ ਵੀ ਨਹੀਂ ਹੋਣਾ ਸੀ। ਔਰ ਸਾਡਾ ਅੱਜ ਦੀ ਡੇਟ ਦੇ ਵਿੱਚ ਕੋਵਿਡ ਦੇ ਬੈੱਡਸ ਨੂੰ ਆਪਰੇਟ ਕਰਨ ਵਾਸਤੇ ਨੌਜਵਾਨ ਵੀਰ ਤੇ ਭੈਣਾਂ ਜਿਹੜੀਆਂ ਉਹ ਸਾਹਮਣੇ ਹੋਣੀਆਂ ਸਨ। ਬਟ ਮੈਨੂੰ ਸਮਝ ਨਹੀਂ ਆ ਰਹੀ ਕਿ ਸਿਰਫ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ। ਇਸ ਪੈਂਡੇਮਿਕ ਦੇ ਵਿੱਚ ਅਸੀਂ ਬੜਾ ਕੁਝ ਦੇਖਿਆ ਜੋ ਸਾਨੂੰ ਮਤਲਬ ਕਦੇ ਸੋਚਿਆ ਵੀ ਨਹੀਂ ਸੀ ਕਦੇ ਐਸੀ ਚੀਜ਼ਾਂ ਅਸੀਂ ਇਹ ਦੇਖਾਂਗੇ। ਬਟ ਅਫਸੋਸ ਹੈ ਕਿ ਹਜੇ ਤੱਕ 1.5 ਸਾਲ ਤੋਂ ਸਰਕਾਰ ਨੇ ਆਪਣੀ ਅੱਖਾਂ ਬੰਦ ਕੀਤੀ ਔਰ ਟਿਲ ਨਾਓ ਮੈਂ ਅੱਜ ਵੀ ਕਹਾਂਗਾ ਅੱਜ ਵੀ ਸਰਕਾਰ ਸੁੱਤੀ ਹੋਈ ਹੈ, ਕੁਝ ਵੀ ਨਹੀਂ ਕਰ ਰਹੀ। ਦੇਖ ਲਓ ਅਗਰ ਤੁਸੀਂ ਜੰਮੂ ਕਸ਼ਮੀਰ ਤੋਂ ਬਾਹਰਲੀ ਸਟੇਟ ਤੇ ਚਲੇ ਜਾਓ, ਅਗਰ ਉੱਥੇ ਕੋਈ ਚੀਜ਼ ਦਾ ਅਪਰੂਵਲ ਹੋਏਗਾ ਵਿਦਿਨ ਡੇਜ਼ ਨਹੀਂ ਮੈਂ ਕਹਾਂਗਾ ਵਿਦਿਨ ਹਾਰਸ ਉਹ ਚੀਜ਼ ਪੂਰੀ ਹੁੰਦੀ ਹੈ। ਇੱਥੇ ਅੱਜ ਹਫ਼ਤੇ ਤੋਂ ਉੱਪਰ ਹੋ ਚੁੱਕਿਆ ਹੈ, ਅਜੇ ਤੱਕ ਯਾਤਰੀ ਭਵਨ ਦਾ ਜਿਹੜਾ ਇਹਨਾਂ ਨੇ 500 ਬੈੱਡ ਦਾ ਅਰੇਂਜ ਬੋਲਿਆ, ਇਹਨਾਂ ਕੋਲ ਅਜੇ ਤੱਕ ਇਹ ਸੈਟਅਪ ਨਹੀਂ ਹੋਇਆ। ਸੁਣਨ ਵਿੱਚ ਆਇਆ ਸੀ ਜਿਹੜੀ ਵੈਸ਼ਨਵੀ ਧਾਮ ਹੈ, ਸਰਸਵਤੀ ਧਾਮ ਹੈ, ਸ਼ਾਇਦ ਮੈਂ ਆਪਣੇ ਪਹਿਲੇ ਇੰਟਰਵਿਊ ਵਿੱਚ ਵੀ ਇੱਕ ਚੀਜ਼ ਬੋਲੀ ਸੀ ਕਿ ਉਹ ਓਪਨ ਕੀਤੀਆਂ ਜਾ ਰਹੀਆਂ, ਅਜੇ ਤੱਕ ਉਹਦਾ ਵੀ ਕੋਈ ਵੀ ਪਤਾ ਹੀ ਨਹੀਂ ਹੈ। ਔਰ ਉਸ ਤੋਂ ਬਾਅਦ ਜਿਹੜਾ ਬਾਰ ਰੂਮ ਬਣਿਆ ਉਹਦੇ ਵਾਸਤੇ ਵੀ ਸੁਣਨੇ ਚ ਆਇਆ ਕਿ ਉਹਦੇ ਵਿੱਚ ਵੀ ਬੜੀਆਂ ਫਾਰਮੈਲਿਟੀਆਂ ਕੀਤੀਆਂ ਜਾ ਰਹੀਆਂ। ਔਰ ਜਿਸ ਟਾਈਮ ਵੀ ਸਾਨੂੰ ਕਿਸੇ ਪੇਸ਼ੈਂਟ ਦਾ ਫੋਨ ਆਉਂਦਾ ਅਸੀਂ ਅਗਰ ਉਹਨੂੰ ਐਡਵਾਈਸ ਕਰਦੇ ਹਾਂ ਕਿ ਭਾਈ ਤੁਸੀਂ ਘਰ ਟ੍ਰੀਟਮੈਂਟ ਨਾ ਕਰੋ, ਘਰ ਟ੍ਰੀਟਮੈਂਟ ਜਿਹੜਾ ਨੁਕਸਾਨਦੇਹ ਹੈ ਤੇ ਹਸਪੀਟਲ ਲੈ ਜਾਓ, ਤੇ ਉਹ ਸਾਫ਼ ਬੋਲ ਦਿੰਦਾ ਜੀ ਹਸਪੀਟਲ ਦੇ ਵਿੱਚ ਤੇ ਕੋਈ ਚੀਜ਼ ਦੀ ਅਵੇਲੇਬਿਲਿਟੀ ਨਹੀਂ, ਅਸੀਂ ਕੀ ਕਰਨ ਜਾਈਏ। तो ਇਹ ਚੀਜ਼ਾਂ ਦੇਖੋ ਪ੍ਰਸ਼ਾਸਨ ਇਹ ਚੀਜ਼ਾਂ ਕੰਟੀਨਿਊਸ ਦੇਖ ਰਿਹਾ। ਅਗਰ ਡੀਸੀ ਸਾਹਿਬ ਟਵੀਟ ਕਰਕੇ ਇਹ ਚੀਜ਼ ਬੋਲ ਰਹੇ ਨੇ ਕਿ ਅਸੀਂ ਫਲਾਣੀ ਜਗ੍ਹਾ ਟੈਸਟ ਕਰਾਏ, ਉਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਸ ਟੈਸਟਾਂ ਨੂੰ ਛੱਡ ਕੇ ਇਸ ਟਾਈਮ ਜਿਹੜੀ ਸਾਡੀ ਡਿਊਟੀ ਹੈ ਉਸ ਨੂੰ ਕੀਤਾ ਜਾਏ। ਇਹ ਚੀਜ਼ਾਂ ਥੋੜੀਆਂ ਪ੍ਰਸ਼ਾਸਨ ਨੂੰ ਦੇਖਣੀਆਂ ਪੈਣੀਆਂ, ਜਿਹਦੀ ਵਜ੍ਹਾ ਨਾਲ ਦਿਨ ਬ ਦਿਨ ਜਿਹੜਾ ਸਕੋਰ ਹੈ ਵੱਧਦਾ ਜਾ ਰਿਹਾ। ਮੈਂ ਵੀ ਚਾਹਾਂਗਾ ਮੈਂ ਇੱਕ ਚੀਜ਼ ਇਹਦੇ ਚ ਹੋਰ ਐਡ ਕਰਨਾ ਚਾਹਾਂਗਾ, ਦੇਖੋ ਜਿਸ ਟਾਈਮ ਡੈਥ ਹੋ ਜਾਂਦੀ ਹੈ, ਪਿਛਲੇ ਸਾਲ ਕੋਈ ਵੀ ਕੋਵਿਡ ਪੇਸ਼ੈਂਟ ਅਗਰ ਕਿਸੇ ਨੂੰ ਪਤਾ ਚੱਲ ਜਾਂਦਾ ਸੀ ਕਿ ਇਸ ਗਲੀ ਦੇ ਵਿੱਚ ਕੋਵਿਡ ਪੇਸ਼ੈਂਟ ਹੈ, ਉਸ ਗਲੀ ਨੂੰ ਸੀਜ਼ ਕਰ ਦਿੱਤਾ ਜਾਂਦਾ ਸੀ। ਉਸ ਦਾ ਪੜੋਸੀ ਉਸ ਨਾਲ ਐਸਾ ਬਿਹੇਵ ਕਰਦਾ ਸੀ ਜਿਹੜਾ ਕਿ ਅਸੀਂ ਪਿਛਲੇ ਮਤਲਬ ਕਿ ਟੀਵੀ ਸੀਰੀਅਲ ਜਾਂ ਕਿਤਾਬਾਂ ਵਿੱਚ ਸੁਣਦੇ ਸਾਂ ਕਿ ਬਈ ਛੂਤ ਔਰ ਅਛੂਤ ਦੀ ਬਿਮਾਰੀ, ਛੋਟਾ ਔਰ ਨੀਚਾ, ਠੀਕ ਹੈ। ਅੱਜ ਦੀ ਡੇਟ ਵਿੱਚ ਇਹ ਕੁਝ ਨਹੀਂ ਹੈ। ਔਰ ਮੈਂ ਕਿਸੇ ਦੇ ਸੈਂਟੀਮੈਂਟਸ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਇਹ ਗੱਲ ਕਹਿ ਕੇ। ਦੇਖੋ ਕ੍ਰਿਮੀਨੇਸ਼ਨ ਗਰਾਊਂਡ ਦੇ ਵਿੱਚ ਜਿਸ ਲਈ ਅਸੀਂ ਜਾਂਦੇ ਹਾਂ ਉੱਥੇ ਤੁਸੀਂ ਦੇਖੋ ਜਾ ਕੇ, ਅਗਰ ਗਵਰਨਮੈਂਟ ਨੇ ਬੋਡੀ ਐਸਓਪੀਸ ਦੇ ਤਹਿਤ ਜਿਹੜੀ ਕੋਵਿਡ ਦੀ ਪੇਸ਼ੈਂਟਸ ਦੀ ਆਉਂਦੀ ਹੈ, ਸਾਨੂੰ ਪਤਾ ਕਿ 3 ਵਜੇ ਤੋਂ ਲੈ ਕੇ 5 ਵਜੇ ਤੱਕ ਕੋਵਿਡ ਪੇਸ਼ੈਂਟ ਦਾ ਸੰਸਕਾਰ ਸ਼ਾਸਤਰੀ ਨਗਰ ਦੇ ਵਿੱਚ ਹੁੰਦਾ ਹੈ, 1:30 ਤੋਂ ਲੈ ਕੇ 2:30 ਵਜੇ ਤੱਕ ਜੋਗੀ ਗੇਟ ਹੁੰਦਾ ਹੈ, 12:30 ਵਜੇ ਤੋਂ ਲੈ ਕੇ 1:30 ਵਜੇ ਤੱਕ ਸ਼ਕਤੀ ਨਗਰ ਵਿਖੇ ਹੁੰਦਾ ਹੈ। ਹੁਣ ਇਹ ਜਿਹੜੇ 3 ਟਾਈਮ ਇਹਨਾਂ ਨੇ ਕੋਵਿਡ ਦੇ ਰੱਖੇ ਦੇ, ਅਗਰ ਤੁਸੀਂ ਇਹਨਾਂ 3 ਟਾਈਮਾਂ ਦੇ ਵਿੱਚ ਅਗਰ ਤੁਸੀਂ ਸ਼ਮਸ਼ਾਨ ਘਾਟ ਦਾ ਇੱਕ ਵਾਰੀ ਦੌਰਾ ਕਰੋਗੇ ਤੁਹਾਨੂੰ ਘੱਟ ਤੋਂ ਘੱਟ 250 ਤੋਂ 300 ਬੰਦਾ ਉੱਥੇ ਦਿਖੇਗਾ ਜਿਹਦਾ ਕੋਈ ਫਨ ਨਹੀਂ ਹੈ। ਔਰ ਇਸੀ ਮੈਨੂੰ ਨਹੀਂ ਪਤਾ ਕਿ ਵਾਇਰਸ ਕੀ ਚੀਜ਼ ਹੈ। ਅਸੀਂ ਇੱਥੇ ਤੱਕ ਵੀ ਸੁਣਿਆ ਆਫਟਰ ਡੈਥ ਵਾਇਰਸ ਇਜ਼ ਗੋਨ, ਇੱਥੇ ਤੱਕ ਸੁਣਿਆ ਪੜਿਆ, WHO ਦੀ ਰਿਪੋਰਟਾਂ ਤੱਕ ਦੇਖੀਆਂ। ਅਗਰ ਐਸੀ ਕੋਈ ਚੀਜ਼ ਹੈ, ਅਗਰ ਦੇਖੋ ਤੁਹਾਨੂੰ ਪ੍ਰਸ਼ਾਸਨ ਬੋਲ ਰਿਹਾ, ਪ੍ਰਸ਼ਾਸਨ ਨੇ ਆਪਣੇ ਬੰਦੇ ਉੱਥੇ ਦਿੱਤੇ ਹੋਏ ਆ, ਕੋਈ ਸ਼ੱਕ ਨਹੀਂ ਹੈ ਉੱਥੇ ਬੰਦੇ ਸਾਡੀਆਂ ਵੀ ਸਿੱਖ ਜਥੇਬੰਦੀਆਂ ਦੇ ਵੋਲੰਟੀਅਰਸ ਜਿਨ੍ਹਾਂ ਨੂੰ ਕਾਲ ਕੀਤੀ ਜਾਂਦੀ ਹੈ ਉਹ ਵੀ ਉੱਥੇ ਜਾ ਕੇ ਬਖੂਬੀ ਆਪਣਾ ਫਰਜ਼ ਨਿਭਾਉਂਦੇ ਨੇ। ਮੈਂ ਉਹਨਾਂ ਅੱਗੇ ਵੀ ਬੇਨਤੀ ਕਰਾਂਗਾ ਕਿ ਪਲੀਜ਼ ਪ੍ਰੋਪਰ ਤੁਸੀਂ ਆਪਣੀ ਸੇਫਟੀ ਆਪਣੀ ਮਸਟ ਹੈ ਪਹਿਲੇ ਹੈ, ਚਾਹੇ ਜੋ ਮਰਜ਼ੀ ਹੈ, ਬਟ ਅਸੀਂ ਅਗਰ ਪ੍ਰੋਪਰ ਜਾਵਾਂਗੇ ਕਿਟ ਪਾ ਕੇ ਮਾਸਕ ਪਾ ਕੇ ਸਭ ਕੁਝ ਕਰਕੇ, ਸਾਡੀ ਸੇਫਟੀ ਵੀ ਬੜੀ ਜ਼ਰੂਰੀ ਹੈ। ਤੁਹਾਡੇ ਚੈਨਲ ਤੇ ਰਾਈ ਵੀ ਅਸੀਂ ਬੜੀ ਵਾਰੀ ਦੇਖੀਆਂ ਇਹ ਚੀਜ਼ਾਂ, ਤੁਸੀਂ ਬੋਲਦੇ ਕਿ ਆਪਣੀ ਸੇਫਟੀ ਆਪ ਕਰੋ। ਬਟ ਅਫਸੋਸ ਇਸ ਚੀਜ਼ ਹੈ ਕਿ ਅਗਰ ਤੁਹਾਨੂੰ
ਪ੍ਰਸ਼ਾਸਨ ਨੇ ਬੋਲਿਆ ਕਿ ਤੁਸੀਂ ਸਿਰਫ 4 ਬੰਦੇ ਉੱਥੇ ਆਓ। ਦੇਖੋ ਪਿਛਲੇ ਸਾਲ ਨਾ ਮਾਂ ਪੁੱਤਰ ਨੂੰ ਨਹੀਂ ਦੇਖ ਸਕਦੀ ਸੀ, ਪੁੱਤਰ ਆਪਣੀ ਮਾਂ ਨੂੰ ਨਹੀਂ ਦੇਖ ਸਕਦਾ ਸੀ, ਈਵਨ ਕਿ ਤੁਸੀਂ ਉਹਨਾਂ ਦੀ ਬੋਡੀ ਨੂੰ ਦਰਸ਼ਨ ਵੀ ਨਹੀਂ ਕਰ ਸਕਦੇ ਸੋ। ਇਸ ਵਾਰੀ ਤਾਂ ਉੱਥੇ ਸਭ ਕੁਝ ਓਪਨ ਚੱਲ ਰਿਹਾ, ਜਿਸ ਬਾਕਸ ਵਿੱਚ ਆਉਂਦੇ ਨੇ ਫਟਾ ਚੁੱਕ ਕੇ ਦੇਖਿਆ ਜਾਂਦਾ ਹੈ, ਸਿਰੋਪੇ ਪਾਏ ਜਾਂਦੇ ਨੇ, ਨੁਹਾਇਆ ਤੱਕ ਵੀ ਜਾ ਰਿਹਾ, ਅਸੀਂ ਤੱਕ ਵੀ ਦੇਖਿਆ। ਮੈਂ ਮਾਫੀ ਚਾਹਾਂਗਾ ਅਗਰ ਮੇਰੀ ਕਿਸੇ ਨੂੰ ਗੱਲਾਂ ਨਾਲ ਠੇਸ ਪਹੁੰਚੇ, ਬਟ ਇਸ ਟਾਈਮ ਕੰਡੀਸ਼ਨ ਐਸੀ ਹੈ, ਸਮਾਜਿਕ ਫਰਜ਼ ਨਿਭਾਉਣਾ ਜ਼ਰੂਰੀ ਹੈ, ਜੋ ਸਾਨੂੰ ਫॉलो ਕਰਨੀ ਪੈਣੀ ਹੈ। ਦੇਖੋ ਉੱਥੇ ਲੇਡੀਜ਼ ਔਰ ਬੱਚਿਆਂ ਦਾ ਕੋਈ ਕੰਮ ਨਹੀਂ ਹੈ ਸ਼ਮਸ਼ਾਨ ਘਾਟ ਦੇ ਵਿੱਚ। ਹਾਂਜੀ, ਅਸੀਂ ਇੱਥੇ ਤੱਕ ਦੇਖਦੇ ਹਾਂ ਕਿ ਕੋਵਿਡ ਪੇਸ਼ੈਂਟ ਦੇ ਜਿਸਲੇ ਔਰ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਭ ਦੀ ਜਿਹੜੀ ਅੰਤਿਮ ਸੰਸਕਾਰ ਹੈ ਸਾਰਿਆਂ ਦਾ ਇਕੱਠਾ ਹੁੰਦਾ, ਚਾਹੇ ਉਹ ਇੱਕ ਹੋਏ, ਚਾਹੇ 2, ਚਾਹੇ 10 ਜਾਂ 17, ਚਾਹੇ 20 ਹੋਣ, ਉਹਨਾਂ ਸਾਰਿਆਂ ਨੂੰ ਇੱਕ ਹੀ ਵਾਰੀ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਂਦਾ। ਸੋ ਮੈਂ ਬਾਰ-ਬਾਰ ਇਸ ਕਰਕੇ ਮਾਫੀ ਮੰਗ ਰਿਹਾ ਕਿ ਮੈਨੂੰ ਪਤਾ ਹੈ ਆਪਣਿਆਂ ਦੇ ਜਾਣ ਦਾ ਦੁੱਖ ਕਿੰਨਾ ਹੁੰਦਾ, ਮੈਂ ਜਾਣਦਾ, ਬਟ ਇਸ ਟਾਈਮ ਜਿਹੜੀ ਸਿਚੁਏਸ਼ਨ ਹੈ ਸੋ ਉਹਦੇ ਨਾਲ ਕੰਪਰੋਮਾਈਜ਼ ਨਾ ਕਰੋ। ਸਾਡੇ ਜਿਹੀ ਮਤਲਬ ਕਿ ਮੇਰੇ ਜੈਸੇ ਬੇਵਕੂਫ ਲੋਕ ਹੀ ਕੱਲ ਨੂੰ ਕਮੈਂਟ ਮੈਂ ਹੀ ਕਰਾਂਗਾ, ਯਾਰ ਮੈਨੂੰ ਕੀ ਤੰਗੀ ਹੈ, ਅਗਰ ਕਿਸੇ ਦਾ ਕੋਈ ਮਰਦਾ ਹੈ ਤੇ ਉਹਨੂੰ ਪੁੱਛੋ ਕਿ ਉਹਦੇ ਹੱਲ ਕੀ ਹੁੰਦੀ ਹੈ, ਸਾਨੂੰ ਪਤਾ ਹੈ ਵੀਰ ਜੀ। ਬਟ ਐਸੀ ਨੌਬਤ ਨਾ ਆ ਜਾਏ ਕਿ ਪਿਛਲੇ ਸਾਲ ਦੀ ਤਰ੍ਹਾਂ ਇੱਥੇ ਤੱਕ ਪਹੁੰਚ ਜਾਈਏ ਕਿ ਟੋਟਲੀ ਆਣਾ ਜਾਣਾ ਕਿਸੇ ਦੇ ਘਰ ਖਾਣਾ ਪੀਣਾ ਬੰਦ ਹੋ ਜਾਏ। ਤੁਸੀਂ ਸਭ ਨੇ ਇਹ ਚੀਜ਼ਾਂ ਦੇਖੀਆਂ, ਔਰ ਜਿਹੜਾ ਬੰਦਾ ਉਹਨਾਂ ਦੀ ਗਲੀ ਵਿੱਚੋਂ ਨਿਕਲ ਜਾਂਦਾ ਸੀ ਉਹਨੂੰ 15 ਦਿਨ ਵਾਸਤੇ ਕੁਆਰੰਟਾਈਨ ਕੀਤਾ ਜਾਂਦਾ ਸੀ। ਅਜੇ ਤੱਕ ਇਹ ਚੀਜ਼ ਨਹੀਂ ਹੈ। ਸੋ ਇਹ ਚੀਜ਼ਾਂ ਥੋੜੀਆਂ ਸ਼ਮਸ਼ਾਨ ਘਾਟ ਦੀ ਹੋ ਗਈਆਂ। ਔਰ ਹਾਂ, ਦਿਨ ਬਰ ਦਿਨ ਡੈਥ ਰੇਟ ਵੱਧ ਰਿਹਾ, ਦਿਨ ਬਰ ਦਿਨ ਗੁਰਦੁਆਰਾ ਸਾਹਿਬ ਦੇ ਉੱਪਰ ਬਰਡਨ ਵੱਧ ਰਿਹਾ, ਲੋਕੀ ਦਸਮਾਂ ਕਰਵਾ ਰਹੇ ਨੇ। ਮੈਂ ਆਪ ਜੀ ਅੱਗੇ ਪਹਿਲੇ ਵੀ ਇੱਕ ਵਾਰੀ ਰਿਕੁਐਸਟ ਕੀਤੀ ਸੀ ਇਸ ਚੈਨਲ ਦੇ ਥਰਾਈ, ਡੀਜੀਪੀਸੀ ਨੇ ਫਿਰ ਉਹਦੇ ਦੂਏ ਦਿਨ ਲੈਟਰ ਕੱਢ ਦਿੱਤੀ ਸੀ ਕਿ ਸਵੇਰੇ ਵੇਲੇ ਪ੍ਰਕਾਸ਼ ਤੇ ਸ਼ਾਮੀ ਵੇਲੇ ਸੁਖਾਸਨ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਹੋਰ ਐਸਾ ਪ੍ਰੋਗਰਾਮ ਨਾ ਕੀਤਾ ਜਾਏ। ਮੈਂ ਡੀਜੀਪੀਸੀ ਦਾ ਵੀ ਸ਼ੁਕਰੀਆ ਕਰਨਾ ਚਾਹੁੰਦਾ, ਜਿਨ੍ਹਾਂ ਨੇ ਸ਼ਾਇਦ ਆਈ ਇੰਟਰਵਿਊ ਦੇ ਬਾਅਦ ਉਸੇ ਦਿਨ ਲੈਟਰ ਨਿਕਲ ਗਈ। ਇੱਕ ਚੀਜ਼ ਹੋ ਰਿਹਾ, ਕਿਉਂਕਿ ਹੁਣ ਦੇਖੋ ਜਿਹੜੀ ਸੰਸਾਰਿਕ ਜਿਹੜੀ ਜੋ ਬਣੀ ਦੀ ਰੀਤ ਰਿਵਾਜ, ਇਹ ਤੇ ਹਰ ਇੱਕ ਬੰਦੇ ਨੇ ਨਿਭਾਣੀ ਹੈ, ਬਟ ਰਿਕੁਐਸਟ ਹੈ ਕਿ ਆਪਣੇ ਫੈਮਿਲੀ ਮੈਂਬਰ ਹੀ ਜਾਣ, 10 8 10 8 10, ਕਿਉਂਕਿ ਹੁਣ ਮਾਹੌਲ ਐਸਾ ਕਿ ਸਾਨੂੰ ਸਾਰਾ ਕੁਝ ਦੇਖਣਾ ਪਏਗਾ। ਅਸੀਂ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ 100 150 ਬੰਦਾ ਕਈ ਵਾਰ ਦਸਵਿਆਂ ਤੇ ਪਹੁੰਚ ਜਾਂਦਾ, ਉਹ ਚੀਜ਼ ਗਲਤ ਹੈ। ਤੇ ਇਸ ਚੀਜ਼ ਦੇ ਉੱਪਰ ਥੋੜਾ ਸਾਨੂੰ, ਕਿਉਂਕਿ ਸਾਡੀ ਸਿੱਖ ਕਮਿਊਨਿਟੀ ਚਾਹੇ ਜੰਮੂ ਲੈ ਲਓ ਚਾਹੇ ਕਸ਼ਮੀਰ ਲੈ ਲਓ, ਸਭ ਤੋਂ ਜ਼ਿਆਦਾ ਡੈਥ ਰੇਟ ਸਾਡੀ ਕਮਿਊਨਿਟੀ। ਅਸੀਂ ਕਿਉਂਕਿ ਸੰਸਕਾਰ ਕਰਾਉਣ ਜਿਸਲੇ ਜਾਈਦਾ ਉਸਲੇ ਅਸੀਂ ਦੇਖਦੇ ਹਾਂ ਅਗਰ 10 ਸੰਸਕਾਰ ਹਨ ਤੇ 6 ਤੋਂ 7 ਬਾਡੀਆਂ ਸਿੱਖਾਂ ਦੀਆਂ ਹੋਣਗੀਆਂ। ਇਹ ਚੀਜ਼ ਸਾਨੂੰ ਕੰਟਰੋਲ, ਮੈਂ ਨਹੀਂ ਕਹਿ ਰਿਹਾ ਕਿ ਸਿਰਫ ਸਿੱਖ ਕੌਮ ਉੱਪਰ ਹੀ ਇਹ ਬਿਮਾਰੀ ਦਾ ਗਾਜ ਉਤਰਿਆ, ਬਟ ਨਹੀਂ, ਕੁਝ ਸਾਡੀਆਂ ਲਾਪਰਵਾਹੀਆਂ ਸਾਨੂੰ ਮੰਨਣਾ ਪਏਗਾ, ਸਾਡੀਆਂ ਲਾਪਰਵਾਹੀਆਂ ਇਹ ਸਾਨੂੰ ਮੰਨਣਾ ਪਏਗਾ। ਪਰ ਮੈਨੂੰ ਪਤਾ ਹੈ ਕਿ ਮੇਰੀਆਂ ਇਹ ਗੱਲਾਂ ਬੜੀਆਂ ਕੋੜੀਆਂ ਲੱਗਣਗੀਆਂ, ਬਹੁਤ ਬੁਰੀਆਂ ਲੱਗਣਗੀਆਂ ਇਹ ਗੱਲਾਂ, ਬਟ ਕੀ ਕਰਾਂ, ਕੁਝ ਮਾਹੌਲ ਹੀ ਐਸਾ, ਸਾਨੂੰ ਇਹ ਬੋਲਣਾ ਪੈਣਾ, ਲੋਕਾਂ ਨੂੰ ਅਵੇਅਰ ਕਰਨ ਲਈ ਸਾਨੂੰ ਇਹ ਚੀਜ਼ਾਂ ਬੋਲਣੀਆਂ ਪੈਣੀਆਂ। ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਆਪਣੇ ਬਰਾਦਰੀ ਭਾਈਚਾਰੇ ਨੂੰ ਅਵੇਅਰ ਨਹੀਂ ਕਰਾਂਗੇ, ਇਤਨੀ ਦੇਰ ਤੱਕ ਅਸੀਂ ਇਸ ਚੀਜ਼ ਤੋਂ ਨਹੀਂ ਲੜਾਂਗੇ। ਤੇ ਮੈਂ ਆਖਿਰ ਦੇ ਵਿੱਚ ਜੀ ਇੱਕ ਸੁਝਾਅ ਮੈਂ ਤੁਹਾਡੇ ਕੋਲੋਂ ਹੋਰ ਲੈਣਾ ਚਾਹਾਂਗੀ ਕਿ ਜਿਸ ਤਰ੍ਹਾਂ ਦੇ ਨਾਲ ਇਹ ਡੈਥ ਵੱਧ ਰਹੀਆਂ ਨੇ, ਲਗਾਤਾਰ ਮਾਮਲੇ ਜਿਹੜੇ ਸਾਹਮਣੇ ਆ ਰਹੇ ਨੇ, ਤੁਹਾਡਾ ਇਹਦੇ ਤੇ ਕੀ ਸੁਝਾਅ ਹੋਏਗਾ ਕਿ ਕੰਪਲੀਟ ਲਾਕਡਾਊਨ ਹੋ ਜਾਣਾ ਚਾਹੀਦਾ ਕਿ ਜਿੱਦਾਂ ਵਿੱਚ ਜਿੱਥੇ ਤੱਕ ਮੇਰਾ ਆਈਡੀਆ ਹੈ ਕਿ ਇਸ ਟਾਈਮ ਵੀ ਅਸੀਂ ਕੰਪਲੀਟ ਲਾਕਡਾਊਨ ਦੇ ਥਰੂ ਗੁਜ਼ਰ ਰਹੇ ਹਾਂ, ਬਟ ਇਹ ਲਾਕਡਾਊਨ ਮੇਰੇ ਹਿਸਾਬ ਨਾਲ ਫੇਲ ਹੈ। ਪ੍ਰਸ਼ਾਸਨ ਅਗਰ ਮੁਬਾਰਕ ਮੰਡੀ ਦੇ ਵਿੱਚ ਲੋਕਾਂ ਨੂੰ ਪਕੜ ਕੇ ਟੈਸਟ ਕਰ ਰਿਹਾ ਸੀ ਜਿਸ ਟਾਈਮ ਲਾਕਡਾਊਨ ਨਹੀਂ ਸੀ, ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਲੋਕਾਂ ਨੂੰ ਜ਼ਬਰਦਸਤੀ ਪਕੜ ਕੇ ਟੈਸਟ ਹੋ ਰਹੇ ਸਨ, ਕੋਵਿਡ ਦੇ ਟੈਸਟ। ਪ੍ਰਸ਼ਾਸਨ ਨੂੰ ਚਾਹੀਦਾ ਇਸ ਟਾਈਮ, ਮਾਫੀ ਚਾਹਾਂਗਾ ਫਿਰ ਤੋਂ, ਕਿ ਜਿਤਨੇ ਵੀ ਸ਼ਾਪਕੀਪਰ ਸਨ ਜਿਹੜੇ ਸਵੇਰੇ 6 ਤੋਂ 10 ਵਜੇ ਤੱਕ ਆਪਣੀ ਸ਼ਾਪਸ ਓਪਨ ਕਰਦੇ ਨੇ, ਉਹਨਾਂ ਦਾ ਵੀ ਟੈਸਟ ਕਰਵਾਉਣਾ ਬੜਾ ਜ਼ਰੂਰੀ ਹੈ। ਉਹਨਾਂ ਨੂੰ ਨਹੀਂ ਪਤਾ ਕਿ 6 ਤੋਂ 10 ਦੇ ਵਿੱਚ ਜਿਹੜੀ ਪਬਲਿਕ ਆਉਂਦੀ ਹੈ ਉਹਨਾਂ ਵਿੱਚ ਕੌਣ ਪੋਜ਼ਿਟਿਵ ਹੈ ਕੌਣ ਨੈਗੇਟਿਵ ਹੈ, ਮੈਨੂੰ ਵੀ ਨਹੀਂ ਪਤਾ, ਕਿਉਂਕਿ ਇਹ ਸਿੰਪਟਮਸ ਸਾਨੂੰ ਉਸਲੇ ਪਤਾ ਚੱਲਦੇ ਜਿਸਲੇ ਬਿਮਾਰੀ ਅੱਧ ਤੋਂ ਉੱਪਰ ਹੋ ਜਾਂਦੀ ਹੈ। ਦੂਸਰਾ ਨੰਬਰ, ਜਿਤਨੇ ਵੀ ਰੇੜੀ ਵਾਲੇ ਸਬਜ਼ੀਆਂ ਵਾਲੇ, ਇਹਨਾਂ ਤੇ ਵੀ ਟੈਸਟ ਹੋਣਾ ਚਾਹੀਦਾ। ਅਸੀਂ ਕਈ ਵਾਰ ਦੇਖਿਆ ਵੀ ਹੈ, ਕਈ ਡਾਕਟਰਸ ਨੇ ਸਾਨੂੰ ਬੋਲਿਆ ਵੀ ਹੈ, ਮੈਂ ਪਿਛਲੀ ਵਾਰੀ ਵੀ ਇਹ ਚੀਜ਼ ਬੋਲੀ ਸੀ ਕਿ ਆਈਸਕ੍ਰੀਮ ਦੇ ਕੋਈ ਪਾਰਟਿਕੂਲਰ ਇੱਕ ਆਈਸਕ੍ਰੀਮ ਸੀ, ਉਹਨਾਂ ਦੇ ਰੇੜੀ ਵਾਲੇ ਪੋਜ਼ਿਟਿਵ ਸਨ। ਦੇਖੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਹਨ। ਹੁਣ ਉਹ ਜਿਸ ਬੰਦੇ ਨੇ, ਗਰੀਬ ਨੇ ਦਿਹਾੜੀ ਲਗਾਣੀ ਉਹ ਤੇ ਲਗਾਣੀ ਹੈ,
ਬਟ ਹਾਂਜੀ ਖਾਲੀ ਮਾਸਕ ਪਾਣੇ ਨਾਲ ਜਾਂ ਸੈਨੀਟਾਈਜ਼ ਹੱਥ ਨੂੰ ਕਰਨੇ ਨਾਲ ਇਹ ਚੀਜ਼ ਦੂਰ ਨਹੀਂ ਹੋਏਗੀ। ਅਗਰ ਤੁਹਾਡੇ ਅੰਦਰ ਕੋਈ ਸਿੰਪਟਮਸ ਹਨ, ਓਕੇ ਕਰ ਲੈਣਗੇ ਉਸੇ ਸਬਜ਼ੀ ਦੇ ਲਿਫਾਫੇ ਨਾਲ, ਉਸੇ ਰਾਸ਼ਨ ਦੀ ਦੁਕਾਨ ਤੋਂ ਜਿਸਲੇ ਅਸੀਂ ਲੈ ਕੇ ਆਵਾਂਗੇ, ਤੇ ਇਹ ਚੀਜ਼ ਤੇ ਫੈਲੇਗੀ ਫੈਲੇਗੀ। ਪਿਛਲੀ ਜੀ ਵਾਰੀ ਦੇ ਲਾਕਡਾਊਨ ਦੇ ਵਿੱਚ ਜੰਮੂ ਕਸ਼ਮੀਰ ਤੇ ਕੇਸਿਸ ਆਣੇ ਦਾ ਸਭ ਤੋਂ ਵੱਡਾ ਇਹੋ ਹੀ ਰਾਜ ਸੀ ਕਿ ਜਿਹੜੀ ਪਬਲਿਕ ਮੂਵਮੈਂਟ ਸੀ ਉਹ ਬਹੁਤ ਜ਼ਿਆਦਾ ਘੱਟ ਸੀ। ਦੁਕਾਨਦਾਰ ਬਿਲਕੁਲ ਟੋਟਲੀ ਕਲੋਜ਼ ਸਨ। ਇਸ ਵਾਰੀ ਜੀ ऐसा कुछ नहीं है। मैं भी एक बिजनेसमैन हाँ, मेरी शॉप भी पिछले 20-25 दिनों तो बंद है। मैं भी रेंट पे करना है, मैं भी इस टाइम मजबूर हाँ। मैं किसी ਦੇ ਜੀ ਬਿਜ਼ਨਸ ਦੇ ਬਾਰੇ ਚ ਨਹੀਂ ਕਿਸੇ ਨੂੰ ਬੋਲਣਾ ਚਾਹੁੰਦਾ ਕਿ ਭਾਈ ਤੁਸੀਂ ਗਲਤ ਕਰ ਰਹੇ ਹੋ, ਬਟ ਹਾਂ ਅਗਰ ਮੈਨੂੰ ਕੋਈ ਲੱਗ ਰਿਹਾ ਕਿ ਮੈਨੂੰ ਕੋਈ ਪ੍ਰੋਬਲਮ ਹੈ ਤੇ ਮੈਨੂੰ ਬਾਕੀ ਪਬਲਿਕ ਨੂੰ ਔਰ ਬਾਕੀ ਦੁਨੀਆ ਨੂੰ ਦੇਖਣਾ ਇਹ ਮੇਰਾ ਫਰਜ਼ ਹੈ। ਸੋ ਜੀ ਇਹੋ ਜਿਹੀ ਜੀ ਚੀਜ਼ਾਂ ਥੋੜੀ ਸਾਰੀ ਪ੍ਰਸ਼ਾਸਨ ਨੂੰ ਸਖਤੀ ਨਾਲ ਕਰਨੀਆਂ ਪੈਣਗੀਆਂ, ਕਿਉਂਕਿ ਹੁਣ ਮੇਰੇ ਸੁਣਨੇ ਚ ਆਇਆ, ਕੱਲ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਸਾਂ ਕਿ 2 ਦਿਨ मतलब कि हर एक दुकान ਨੂੰ टाइम ਦਿੱਤਾ ਜਾਏਗਾ, 2-2 3-3 ਘੰਟੇ ਨੂੰ ਖੋਲਣੇ ਦਾ। ਤੇ ਅਗਰ ਐਸਾ ਹੁੰਦਾ ਹੈ, ਅਗਰ ਇਹ ਕੇਸਿਸ ਨਾ ਘਟੇ ਤੇ ਉਹ ਵੀ ਕਾਫੀ ਵਿਸ਼ੇ ਦਾ ਬਣੇਗਾ ਜੀ ਕਿ ਚਿੰਤਾਜਨਕ ਹਾਂ ਰਹੇਗਾ। ਕਿ ਐਸਾ ਕੁਝ ਹੋ ਜਾਏਗਾ। ਤੇ ਕਿਉਂਕਿ ਮੇਰੇ ਹਿਸਾਬ ਨਾਲ ਜਦੋਂ ਅਸੀਂ ਬਾਰ-ਬਾਰ ਇਸ ਬਾਰੇ ਸੈਨੀਟਾਈਜੇਸ਼ਨ ਦੇ ਬਾਰੇ ਬੋਲਦੇ ਰਹੇ ਹਾਂ, ਉਸ ਤੋਂ ਬਾਅਦ ਮੈਂ ਦੇਖਿਆ ਕਿ ਗਾਂਧੀ ਨਗਰ ਤੇ ਨਾਲੇ ਨਗਰ ਦੇ ਵਿੱਚ ਇੱਕ ਅੱਧੀ ਵਾਰੀ ਮਿਊਨਿਸਪੈਲਿਟੀ ਦੀ ਗੱਡੀ ਨੇ ਆ ਕੇ ਸੈਨੀਟਾਈਜ਼ ਕੀਤਾ ਹੈ। ਬਟ ਉਸ ਜੀ ਸੈਨੀਟਾਈਜੇਸ਼ਨ ਦਾ ਕੀ ਫਾਇਦਾ, ਜਿਸਲੇ ਹੁਣ ਦੇਖੋ ਸਵੇਰੇ ਤੁਸੀਂ ਕਦੇ ਵੀ ਮਾਰਕੀਟ ਵਿੱਚ ਨਿਕਲ ਜਾਓ 6 ਤੋਂ 10 ਇਤਨਾ ਰਸ਼ ਹੋਏਗਾ, ਲੋਕੀ ਇਤਨੇ ਪੈਨਿਕ ਹਨ। ਮੈਨੂੰ ਸਮਝ ਨਹੀਂ ਆਉਂਦਾ ਕਿ ਰੋਜ਼ 6 ਤੋਂ 10 इतना राशन लोग क्या करेंगे। कोई वाहिगुरु जाने के इतने राशन उन्होंने क्या करना। हर एक चीज समय अनुसार होनी चाहिए है। जितनी जी देर तक ये महामारी ਦੀ ਇਹਦੇ ਵਿੱਚ ਕਮੀ ਨਹੀਂ ਆਉਂਦੀ, ਇਹਦਾ ਰੇਸ਼ੋ ਡਾਊਨ ਨਹੀਂ ਹੁੰਦਾ, ਸਾਨੂੰ ਆਪੇ ਆਪ ਇਸ ਚੀਜ਼ ਦਾ ਕਰਨਾ ਪਏਗਾ। ਮੇਰੀਆਂ ਗੱਲਾਂ ਅੱਜ ਬਹੁਤ ਕੋੜੀਆਂ ਸਨ ਕਿਉਂਕਿ ਮੈਂ ਇਹ ਚੀਜ਼ਾਂ ਔਰ ਪਿਛਲੇ ਸਮੇਂ ਤੋਂ ਦੇਖਦਾ ਆ ਰਿਹਾ। ਜੀ 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 ਨਹੀਂ, ਅਵੇਅਰ ਕਰਨਾ ਸਮੇਂ-ਸਮੇਂ ਤੇ ਤੁਹਾਨੂੰ ਦਰਸ਼ਕਾਂ ਦੇ, ਸੰਗਤਾਂ ਦੇ ਔਰ ਜਿਹੜੇ ਸਾਡੇ ਬਾਣੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਇਹ ਰੂਬਰੂ ਕਰਨ ਦਾ ਸਾਡਾ ਇਹੋ ਮਕਸਦ ਹੁੰਦਾ ਕਿ ਜੋ ਤੁਸੀਂ ਰੋਜ਼ਾਨਾ ਵਿਚਰ ਰਹੇ ਹੋ, ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ, ਅਸੀਂ ਘਰਾਂ ਤੋਂ ਬਾਹਰ ਨਹੀਂ ਜਾ ਰਹੇ, ਲੇਕਿਨ ਤੁਸੀਂ ਗਰਾਊਂਡ ਜ਼ੀਰੋ ਤੇ ਜਾ ਰਹੇ ਹੋ, ਤੁਹਾਨੂੰ ਪਤਾ ਹਾਲਾਤ ਕੀ ਹੋ ਰਹੇ ਨੇ ਬਾਹਰ, ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਪੇਸ਼ੈਂਟਸ ਦੇ ਨਾਲ ਵੀ ਗੱਲ ਕਰ ਰਹੇ ਹੋ, ਹਾਲਾਤ ਜਿੱਦਾਂ ਤੁਸੀਂ ਕਿਹਾ ਕਿ ਮੰਦੇ ਹੁੰਦੇ ਜਾ ਰਹੇ ਨੇ, ਹਾਲਾਤਾਂ ਦੇ ਅੰਦਰ ਕੰਟਰੋਲ ਨਹੀਂ ਹੁੰਦਾ ਜਾ ਰਿਹਾ। ਤੇ ਵੀਰ ਜੀ ਮੈਂ ਇੱਕ ਗੱਲ ਹੋਰ ਇੱਥੇ ਤੁਹਾਡਾ ਸੁਝਾਅ ਮੰਗਾਂਗੀ ਕਿ ਕਿਸ ਤਰ੍ਹਾਂ ਦੇ ਨਾਲ ਲੱਗਦਾ ਕਿ ਜਿੱਦਾਂ ਆਪਾਂ ਕਹਿ ਰਹੇ ਕਿ ਸਾਡੀ ਜਿਹੜੀ ਗਿਣਤੀ ਜ਼ਿਆਦਾ ਹੋ ਰਹੀ ਹੈ, ਡੈਥ ਜਿਹੜੀਆਂ ਸਾਡੀ ਕਮਿਊਨਿਟੀ ਦੇ ਅੰਦਰ ਜ਼ਿਆਦਾ ਹੋ ਰਹੀਆਂ ਨੇ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਲੈਟਰ ਵੀ ਜਾਰੀ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਗੁਰੂ ਘਰਾਂ ਵਿੱਚ ਸੰਗਤਾਂ ਨਾ ਆਉਣ, ਠੀਕ ਹੈ, ਔਰ ਦਸਮਿਆਂ ਨੂੰ ਲੈ ਕੇ ਔਰ ਕ੍ਰਿਮੇਸ਼ਨਸ ਨੂੰ ਲੈ ਕੇ ਵੀ ਇਹ ਗੱਲ ਕਹੀ ਗਈ ਸੀਗੀ ਕਿ ਘੱਟ ਆਉਣ। ਤੁਸੀਂ ਕੀ ਕਹਿੰਦੇ ਹੋ ਕਿ ਕੁਝ ਹੋਰ ਡਿਸੀਜਨ ਆ ਜਾਣਾ ਚਾਹੀਦਾ ਕਿ ਜਾਂ ਤੁਹਾਨੂੰ ਲੱਗਦਾ ਕਿ ਕੁਝ ਸਖਤ ਸ਼ਬਦਾਂ ਦੇ ਵਿੱਚ ਵੀ ਕੋਈ ਰੂਲ ਕੱਢ ਦੇਣਾ ਚਾਹੀਦਾ ਕਿ ਜਦੋਂ ਸਮਝ ਨਹੀਂ ਰਹੇ ਲੋਕ, ਨੁਕਸਾਨ ਤੇ ਦਿਨੋ ਦਿਨ ਵੱਧਦਾ ਜਾ ਰਿਹਾ ਹੈ, ਤਾਂ ਕੀ ਐਸਾ ਹੋ ਸਕਦਾ ਹੈ ਕਿ ਤੁਹਾਨੂੰ ਲੱਗਦਾ ਕਿ ਇਸ ਵਿਸ਼ੇ ਤੇ ਗੱਲਬਾਤ ਹੋਣੀ ਚਾਹੀਦੀ ਹੈ ਕਿ ਅਗਰ ਸਵੇਰੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੇ ਬਾਅਦ ਓਦਾਂ ਹੀ ਸਿਰਫ, ਕਿਉਂਕਿ ਦੇਖੋ ਸਾਡੇ ਇੱਕ ਰਾਗੀ ਤੇ ਇੱਕ ਗ੍ਰੰਥੀ, ਦੋ ਜਾਣੇ ਸਾਡੇ ਜਿਨ੍ਹਾਂ ਨੇ ਸਾਡਾ ਪ੍ਰਚਾਰ ਪ੍ਰਸਾਰ ਦੇ ਵਿੱਚ ਸਾਡੀ ਮਦਦ ਕਰ ਰਹੇ ਸੀ, ਜਿਨ੍ਹਾਂ ਦੀ ਸਾਡੀ ਕੌਮ ਨੂੰ ਜ਼ਰੂਰਤ ਹੈ, ਉਹ ਦੋਨੋਂ ਚਲੇ ਗਏ। ਉਸਦੇ ਬਾਅਦ ਗੁਰਦੁਆਰਾ ਸਾਹਿਬ ਜਿੱਥੇ ਸੁਣਨ ਦੇ ਵਿੱਚ ਆਇਆ ਸੀ ਸੂਤਰਾਂ ਦੇ ਰਾਹੀਂ ਜਿੱਥੇ ਹੈਡ ਗ੍ਰੰਥੀ ਦਾ ਮਤਲਬ ਡੈਥ ਹੋਈ ਹੈ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ 6-7 ਲੋਕ ਪੋਜ਼ਿਟਿਵ ਪਾਏ ਗਏ ਨੇ। ਹੁਣ ਦੇਖੋ ਅਸੀਂ ਆਪਣਾ ਤਾਂ ਨੁਕਸਾਨ ਕਰ ਰਹੇ ਹਾਂ, ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਭਾਈ ਸਾਹਿਬ ਜਿਹੜੇ ਸੇਵਾਵਾਂ ਦੇ ਰਹੇ ਨੇ, ਜਿਨ੍ਹਾਂ ਨੂੰ ਨਾ ਡਿਊਟੀਆਂ ਵੀ ਲਾਈਆਂ ਗਈਆਂ ਨੇ, ਉਹਨਾਂ ਦੇ ਲਈ ਕਿਉਂ ਨੁਕਸਾਨ ਦਾ ਕਾਰਨ ਬਣ ਰਹੇ ਹਾਂ ਅਸੀਂ ਜਾ ਕੇ। ਤਾਂ ਇਹ ਕੋਈ ਨਾ ਕੋਈ ਇੱਕ ਹੋਰ ਵੀ ਐਲਾਨ ਹੋ ਜਾਣਾ ਚਾਹੀਦਾ ਕਿ ਸਵੇਰੇ ਪ੍ਰਕਾਸ਼ ਹੋਵੇ, ਰਾਤ ਨੂੰ ਸੁਖਾਸਨ ਕਰਨ ਦੇ ਬਾਅਦ ਸਿਰਫ ਭਾਈ ਤੇ ਹੈਡ ਗ੍ਰੰਥੀ ਥੋੜੇ ਦੇਰ ਦੇ ਲਈ, ਜਿੰਨੀ ਦੇਰ ਤੱਕ ਇਹ ਚੇਨ ਨਹੀਂ ਟੁੱਟਦੀ, ਕਿ ਐਸਾ ਕੁਝ ਤੁਹਾਡਾ ਕੀ ਸੁਝਾਅ ਹੈ ਇਹਦੇ ਉੱਪਰ ਕਿ ਕੁਝ ਹੋ ਜਾਣਾ ਚਾਹੀਦਾ ਕਿ ਸੰਗਤਾਂ ਨੂੰ ਟੋਟਲੀ ਕਹਿ ਦਿੱਤਾ ਜਾਵੇ ਇੱਕ ਸਟ੍ਰਿਕਟ ਸ਼ਬਦਾਂ ਦੇ ਵਿੱਚ ਕਿ ਗੁਰਦੁਆਰਾ ਸਾਹਿਬ ਨਹੀਂ ਜਾਓ, ਕਿਉਂ ਆਪਣੀ ਕਮਿਊਨਿਟੀ ਦਾ, ਕਿਉਂ ਅਸੀਂ ਆਪਣਾ ਲਾਸ ਕਰਨ ਲੱਗੇ ਹੋਏ ਆ, ਘਰਾਂ 'ਚ ਬਹਿ ਕੇ ਪਾਠ ਕਰੋ। ਜੀ 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 ਬਿਲਕੁਲ ਬਿਲकुल ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ, ਪਰ ਅਸੀਂ ਕਿਸੇ ਨੂੰ ਗੁਰੂ ਘਰ ਜਾਣ ਤੋਂ ਰੋਕ ਨਹੀਂ ਸਕਦੇ। ਇਹ ਸਾਨੂੰ ਆਪਣੀ ਸੋਚ ਆਪਣੀ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਨੂੰ ਰੋਕਣਾ ਨਹੀਂ ਹੈ। ਕਿਉਂਕਿ ਜਿਸਲੇ ਮੈਨੂੰ ਯਾਦ ਹੈ ਪਿਛਲੇ ਲਾਸਟ ਟਾਈਮ ਜਿਹੜਾ ਲਾਈਵ ਹੋਇਆ ਸੀ ਜਿਹਦੇ ਵਿੱਚ ਡੀਜੀਪੀਸੀ ਨੇ ਆਪਣੀ ਚਿੱਠੀ ਕੱਢੀ ਸੀ, ਉਸ ਤੋਂ ਬਾਅਦ ਜੀ ਤੁਸੀਂ ਇੱਕ ਲਾਈਵ ਕੀਤਾ ਸੀ ਉਸ ਵਿਸ਼ੇ ਉੱਪਰ, ਭਾਈ ਹਾਂਜੀ ਹਾਂਜੀ ਸਾਹਿਬ ਝਵਾਲਾ ਵਾਲੇ ਸਵਾਲ ਨਾਲ। ਜੀ ਉਹਦੇ ਜੀ ਤੇ ਜੀ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸਾਂ ਕਿ ਲੋਕੀ ਕਹਿ ਰਹੇ ਸਨ ਕਿ ਸ਼ਰਾਬ ਦੇ ਠੇਕੇ ਬੰਦ ਕਰਵਾਓ, ਗੁਰੂ ਘਰ ਨਾ ਬੰਦ ਕਰਵਾਓ। ਤੇ ਕੁਝ ਹੁੰਦੀਆਂ ਕੁਝ ਐਸੀ ਸੈਂਟੀਮੈਂਟਸ ਕਿਸੇ ਦੇ ਹਰਟਸ ਹੁੰਦੇ ਨੇ, ਪਰ ਇਸ ਟਾਈਮ ਸਾਡਾ ਇਹ ਮਕਸਦ ਨਹੀਂ ਹੈ। ਇਸ ਟਾਈਮ ਸਾਡਾ ਮਕਸਦ ਹੈ ਕਿ ਕਿਸ ਤਰ੍ਹਾਂ ਆਮ ਜ਼ਿੰਦਗੀ ਨੂੰ ਜਿਹੜਾ ਉਹ ਬਚਾਇਆ ਜਾਏ। ਬਾਕੀ ਮੈਂ ਜੀ ਪਹਿਲੇ ਵੀ ਇਹ ਗੱਲ ਬੋਲੀ ਹੈ ਕਿ ਦੇਖੋ ਦਿਨ ਪਰ ਦਿਨ, ਮੈਂ ਨਾਨਕ ਨਗਰ ਦੀ ਵੀ ਤੁਹਾਨੂੰ ਦੱਸ ਦਿਆਂ, ਨਾਨਕ ਨਗਰ ਦੇ ਵਿੱਚ ਵੀ ਦਿਨ 2 ਤੋਂ 3 ਡੈਥਸ ਜਿਹੜੀਆਂ ਕੋਵਿਡ ਦੀਆਂ
हो रही है। नॉर्मल डेथ रेट भी है, ऐसा नहीं है कि नॉर्मल नहीं है। शास्त्री नगर शमशान घाट विखे टोटल 22 बने दे ने उत्थे जिथे संस्कार होंदे ना, 22 जगह बनी दी टोटल, ते उत्थे 30 प्लस कई बार देखे आई हो जांदियां ने, वो फिर बाहर करदे ने। ते अगर ਅਸੀਂ ਇਸ ਚੀਜ਼ ਨੂੰ ਕੰਟਰੋਲ ਕਰੀਏ ਤੇ ਸਾਨੂੰ ਲੱਗਦਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਜਿਹੜਾ ਸਾਨੂੰ ਇਹ ਦਿਨ ਦੇਖਣ ਨੂੰ ਨਾ ਮਿਲੇ। ਤੇ ਬਾਕੀ ਗੁਰੂ ਘਰ ਜਿਹੜੀ ਤੁਸੀਂ ਭਾਈ ਸਾਹਿਬ ਦੀ ਗੱਲ ਕੀਤੀ, ਮੇਰੇ ਖਿਆਲ ਚ ਉਹ ਇਧਰ ਕੋਟਲੀ ਗੁਰਦੁਆਰਾ ਸ਼ਾਹਦੌਲਾ, ਹਾਂ, ਜਿਸ ਦਿਨ ਫਸਟ ਡੇ ਉਹ ਪੋਜ਼ਿਟਿਵ ਆਏ, ਉਹਨਾਂ ਦੀ ਮਿਸਿਸ ਦੀ ਮੈਨੂੰ ਕਾਲ ਆਈ ਸੀ ਰਾਤੀ 11:30 ਵਜੇ। ਉਸ ਟਾਈਮ ਉਹਨਾਂ ਦਾ ਆਕਸੀਜਨ ਲੈਵਲ ਸੀ 93। ਉਹਨਾਂ ਨੇ ਮੈਨੂੰ ਸਿਲੰਡਰ ਦੀ ਮੰਗ ਕੀਤੀ, ਬਟ ਉਹਨਾਂ ਨੇ ਮੈਨੂੰ ਕਿਹਾ ਸਿਲੰਡਰ ਤੇ ਮੈਂ ਉਹਨਾਂ ਨੂੰ ਪੂਰੀ ਗੱਲ ਦੱਸੀ। ਮੈਂ ਕਿਹਾ ਭੈਣ ਜੀ ਤੁਸੀਂ ਸਿਲੰਡਰ ਆਪਰੇਟ ਕਰ ਲੋਗੇ? ਉਹਨੇ ਕਿਹਾ ਕਿਸ ਤਰ੍ਹਾਂ ਕਰਨਾ? ਮੈਂ ਕਿਹਾ ਤੁਹਾਡੇ ਘਰ ਕੋਈ ਜਿਹੜਾ, ਉਹਨਾਂ ਨੇ ਮੈਨੂੰ ਕਹਿਤਾ ਨਹੀਂ। ਮੈਂ ਕਿਹਾ ਭੈਣ ਜੀ ਫਿਰ ਮੈਂ ਤੁਹਾਨੂੰ ਇੱਕ ਸੁਜੈਸਟ ਕਰਾਂਗਾ ਕਿ ਤੁਸੀਂ ਇਹਨਾਂ ਨੂੰ ਹਸਪੀਟਲਾਈਜ਼ ਕਰਵਾ ਲਓ। ਫਿਰ ਮੈਨੂੰ ਨਹੀਂ ਪਤਾ ਉਹਨਾਂ ਨੇ ਹਸਪੀਟਲਾਈਜ਼ ਕਰਵਾਇਆ ਕਿ ਨਹੀਂ ਕਰਵਾਇਆ, ਬਟ ਦੂਸਰੇ ਦਿਨ ਉਹਨਾਂ ਨੇ ਮੈਨੂੰ ਫੋਨ ਕਾਲ ਕੀਤੀ ਕਿ ਵੀਰ ਜੀ ਅਜੇ ਤੱਕ ਆਕਸੀਜਨ ਲੈਵਲ ਠੀਕ ਹੈ, ਇਹਨਾਂ ਨੂੰ ਬੁਖਾਰ ਤੇਜ਼ ਹੋ ਰਿਹਾ। ਫਿਰ ਸਾਡੇ ਨਾਲ ਡਾਕਟਰ ਸਾਡੇ ਨਾਲ ਹੀ ਸਾਨੂੰ ਸੁਜੈਸਟ ਕਰਦੇ ਰਹਿੰਦੇ ਨੇ, ਡਾਕਟਰ ਰਮਿੰਦਰਜੀਤ ਸਿੰਘ ਜੀ। ਮੈਂ ਉਹਨਾਂ ਦੀ ਗੱਲ ਉਹਨਾਂ ਨਾਲ ਕਰਵਾਈ ਤੇ ਉਹਨਾਂ ਨੇ ਉਹਨਾਂ ਨੂੰ ਸਮਝਾਇਆ। ਬਟ 2 ਦਿਨ ਪਹਿਲੇ ਜਿਸ ਤਰ੍ਹਾਂ ਕਿ ਮੈਂ ਦੇਖਿਆ ਕਿ ਉਹਨਾਂ ਦੀ ਡੈਥ ਹੋ ਗਈ, ਮੈਂ ਆਪੇ ਸ਼ੌਕ ਹੋ ਗਿਆ। ਹੁਣ ਇਹ ਨਹੀਂ ਪਤਾ ਕਿ ਉਹਨਾਂ ਨੇ ਉਹਨਾਂ ਨੂੰ ਹਸਪੀਟਲਾਈਜ਼ ਕਰਵਾਇਆ ਨਹੀਂ ਕਰਵਾਇਆ, ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਇਹੋ ਚੀਜ਼ ਸੀ ਕਿ ਉੱਥੇ ਜਿਹੜੇ ਬੰਦਾ ਜਾਏਗਾ ਤੇ ਵਾਪਸ ਨਹੀਂ ਆਏਗਾ। ਤੇ ਐਸਾ ਨਹੀਂ ਹੈ, ਕਿਉਂਕਿ ਡਾਕਟਰਸ ਆਪਣਾ ਬਖੂਬੀ ਕੰਮ ਨਿਭਾ ਰਹੇ ਨੇ। ਹਾਂ, ਮੈਂ ਲਾਸਟ ਟਾਈਮ ਵੀ ਇਹ ਗੱਲ ਬੋਲੀ ਸੀ, ਅਸੀਂ ਹਸਪੀਟਲ ਪਹੁੰਚਣੇ ਦੇ ਵਿੱਚ ਦੇਰੀ ਕਰ ਦਿੰਦੇ ਹਾਂ, ਕਿਉਂਕਿ ਅਸੀਂ ਅੱਜ ਕੱਲ ਆਪਣਾ ਟ੍ਰੀਟਮੈਂਟ ਜਿਹੜਾ ਉਹ ਆਪ ਹੀ ਘਰ ਕਰ ਰਹੇ ਹਾਂ। ਮੈਂ ਪਹਿਲੇ ਵੀ ਬੋਲ ਚੁੱਕਿਆ ਔਰ ਅੱਜ ਵੀ ਆਖਿਰ ਚ ਇਹੋ ਚੀਜ਼ ਬੋਲਾਂਗਾ ਕਿ ਸਾਨੂੰ ਨਹੀਂ ਪਤਾ, ਕਿ ਮੇਰੀ ਬਾਡੀ ਨੂੰ ਨਹੀਂ ਪਤਾ ਕਿ ਮੈਨੂੰ ਕਿੰਨਾ ਆਕਸੀਜਨ ਲੈਵਲ ਚਾਹੀਦਾ ਹੈ, ਮੈਂ ਕਿੰਨਾ ਆਕਸੀਜਨ ਦੇਣਾ ਹੈ, ਮੈਂ ਕਿਸ ਸਮੇਂ ਤੇ ਬੰਦ ਕਰਨੀ ਹੈ ਆਕਸੀਜਨ, ਮੈਂ ਕਿਸ ਸਮੇਂ ਤੇ ਕਿੰਨਾ ਪ੍ਰੈਸ਼ਰ ਦੇਣਾ ਹੈ। ਉਹਦੇ ਨਾਲ ਲੋਕੀ ਜ਼ਿਆਦਾ ਜਿਹੜੇ ਹਨ ਇਹ ਆਪਣੇ ਆਪ ਨੂੰ ਤਕਲੀਫ ਵਿੱਚ ਪਹੁੰਚਾ ਕੇ, ਜਿਸਲੇ ਲੰਗਸ ਇਨਵੋਲਵ ਹੋ ਜਾਂਦੀਆਂ, ਲਾਸਟ ਮੂਮੈਂਟ ਜਿਸੇ ਲੰਗਸ ਕੰਮ ਕਰਨਾ ਬੰਦ ਕਰ ਜਾਂਦੀਆਂ, ਉਸਲੇ ਸਾਹ ਜ਼ਿਆਦਾ ਚੱਲਣਾ ਸ਼ੁਰੂ ਹੋ ਜਾਂਦਾ, ਉਸਲੇ ਵੈਂਟੀਲੇਟਰ ਦੀ ਨੀਡ ਪੈਂਦੀ ਹੈ, ਵੈਂਟੀਲੇਟਰ ਉੱਥੇ ਅਵੇਲੇਬਲ ਨਹੀਂ ਹੁੰਦਾ ਤੇ ਅਨਫੋਰਚੂਨੇਟਲੀ ਡੈਥ ਹੋ ਜਾਂਦੀ ਹੈ। ਜੋ ਅਸੀਂ ਇਸ ਸਮੇਂ ਜੋ ਅਸੀਂ ਇਹ ਚੀਜ਼ ਦੇਖ ਰਹੇ ਹਾਂ, 90% ਜਿੰਨੇ ਮਰਜ਼ੀ ਜੰਮੂ ਕਸ਼ਮੀਰ ਦੇ ਵਿੱਚ 90% ਲੋਕੀ ਦਿੱਲੀ ਦੇਖ ਕੇ ਕਿ ਦਿੱਲੀ ਦੇ ਵਿੱਚ ਅਗਰ ਸਿਲੰਡਰ ਦੀ ਕਮੀ ਹੋਈ ਹੈ, ਜੰਮੂ ਚ ਆਕਸੀਜਨ ਦੀ ਕਮੀ ਨਾ ਹੋ ਜਾਏ, ਸਿਲੰਡਰ ਉਹਨਾਂ ਨੇ ਆਪਣੇ ਘਰਾਂ 'ਚ ਰੱਖ ਲਿਆ ਔਰ ਆਪਣਾ ਟ੍ਰੀਟਮੈਂਟ ਆਪਣੇ ਘਰੇ ਕਰ ਰਹੇ। ਦੇਖ ਲਓ 85 90 ਤੋਂ ਥੱਲੇ ਜਿਸਲੇ ਵੀ ਕਿਸੇ ਦੀ ਆਕਸੀਜਨ ਘੱਟ ਹੋ ਜਾਏ, ਖਾਸ ਕਰ ਜਿਹੜਾ ਬੰਦਾ ਏਜਡ ਹੋਏ, ਜਿਹੜਾ ਬੰਦਾ ਡਾਇਬੀਟਿਕਸ ਹੋਏ, ਜਿਹੜਾ ਬੰਦੇ ਨੂੰ ਅਸਥਮਾ ਹੋਏ ਜਾਂ ਹੋਰ ਕੋਈ ਪ੍ਰੋਬਲਮ ਹੋਏ, ਸਾਨੂੰ ਨਹੀਂ ਪਤਾ ਉਹਦੀ ਬਾਡੀ ਨੂੰ ਕਿੰਨੀ ਆਕਸੀਜਨ ਦੀ ਜ਼ਰੂਰਤ ਹੈ। ਸੋ ਮੈਂ ਆਪ ਸਭ ਅੱਗੇ ਇਹੋ ਹੀ ਰਿਕੁਐਸਟ ਕਰਾਂਗਾ ਕਿ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਉਹਨਾਂ ਨੂੰ ਹਸਪੀਟਲਾਈਜ਼ ਕਰਵਾਇਆ ਜਾਏ। ਐਸਾ ਕੁਝ ਨਹੀਂ ਹੈ। ਹਾਂ, ਪਿਛਲੇ ਸਾਲ ਤੋਂ ਇਸ ਸਾਲ ਦੇ ਵਿੱਚ ਹਸਪੀਟਲ ਦੇ ਵਿੱਚ ਬੜਾ ਜ਼ਿਆਦਾ ਫਰਕ ਹੈ, ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹਾਂ। ਬਟ ਐਡਮਿਨਿਸਟ੍ਰੇਸ਼ਨ ਤੇ ਹੈ, ਪਰ ਉੱਥੇ ਕੁਝ ਡਾਕਟਰਸ ਐਸੇ ਹੈ ਜਿਹੜੇ ਦੇਖ ਰਹੇ ਹੁਣ। ਇੱਥੇ ਵੀ ਇੱਕ ਡਾਕਟਰ ਸਾਹਿਬ ਆਨਲਾਈਨ ਕੰਸਲਟ ਕਰ ਰਹੇ ਨੇ, ਬਟ ਅਫਸੋਸ ਹੈ ਕਿ ਡਾਕਟਰ ਸਾਹਿਬ ਜਿਸਲੇ ਵੀ ਹੁੰਦਾ ਉਹਨਾਂ ਨੂੰ ਬੋਲਦੇ ਜੀ ਕਿ ਤੁਸੀਂ ਸਿਲੰਡਰ ਦਾ ਅਰੇਂਜ ਕਰ ਲਓ। ਸਿਲੰਡਰ ਕਿੱਥੋਂ ਅਰੇਂਜ ਹੋਣਾ? ਇਹ ਬੜਾ ਇੱਕ ਵਿਸ਼ੇ ਹੈ ਕਿ ਕੋਈ ਵੀ ਡਾਕਟਰ ਆਨਲਾਈਨ ਅਗਰ ਕੰਸਲਟ ਕਰਦਾ, ਇਹਨਾਂ ਭੈਣ ਜੀ ਨੂੰ ਵੀ ਡਾਕਟਰ ਸਾਹਿਬ ਨੇ ਬੋਲਿਆ ਸੀ ਤੁਸੀਂ ਸਿਲੰਡਰ ਅਰੇਂਜ ਕਰ ਲਓ। ਜਿਹੜੇ ਗ੍ਰੰਥੀ ਸਾਹਿਬ ਦੇ ਵਾਈਫ, ਇਹਨਾਂ ਦਾ ਇੱਕ ਬੇਟਾ, ਇਹਨਾਂ ਨੇ ਕਿਸੇ ਡਾਕਟਰ ਕੋਲ ਜਾ ਕੇ ਟ੍ਰੀਟਮੈਂਟ, ਮਤਲਬ ਕਿ ਉਹਨਾਂ ਨੇ ਮੈਡੀਸਿਨ ਵਗੈਰਾ ਪ੍ਰੋਵਾਈਡ ਕੀਤੀ ਸੀ ਤੇ ਮੈਨੂੰ ਯਾਦ ਹੈ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਸਿਲੰਡਰ, ਮੈਂ ਕਿਹਾ ਭੈਣ ਜੀ ਸਿਲੰਡਰ ਦੀ ਕੋਈ ਇਸ਼ੂ ਨਹੀਂ ਹੈ, ਸਿਲੰਡਰ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਿਆਂਗਾ, ਬਸ ਮੇਨ ਇਸ਼ੂ ਇਹ ਹੈ ਕਿ ਤੁਸੀਂ ਉਹਨੂੰ ਆਪਰੇਟ ਕਿਸ ਤਰ੍ਹਾਂ ਕਰਨਾ। ਤਕਰੀਬਨ ਲੋਕੀ ਸਿਲੰਡਰ ਦੇ ਆਪਰੇਟ ਕਰਨਾ ਨਹੀਂ ਜਾਣਦੇ, ਜਿਹਦੀ ਵਜ੍ਹਾ ਨਾਲ ਸਾਡਾ ਨੁਕਸਾਨ ਹੋ ਰਿਹਾ ਜੀ। ਔਰ ਮੈਂ ਵੀ ਇਹੋ ਗੱਲ ਕਵਾਂਗੀ ਕਿ ਸੈਂਟੀਮੈਂਟਸ ਜੁੜੇ ਹੁੰਦੇ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਗੁਰਦੁਆਰਾ ਸਾਹਿਬ ਦੇ ਨਾਲ ਸਾਨੂੰ ਪਤਾ ਸਾਡੀ ਸ਼ਰਧਾ ਵੀ ਜੁੜੀ ਹੋਈ ਹੈ, ਔਰ ਕਿਤੇ ਨਾ ਕਿਤੇ ਇਹ ਵੀ ਸਟ੍ਰਿਕਟਲੀ ਅਨਾਉਂਸ ਹੋ ਜਾਣਾ ਚਾਹੀਦਾ ਕਿ ਜਿਹੜੇ ਦਸਵੇਂ ਨੇ ਔਰ ਜਿਹੜੇ ਕ੍ਰੀਮੇਸ਼ਨਸ ਨੇ ਉਹ ਮਤਲਬ ਕਿ ਕਮ ਸੇ ਕਮ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਾਂ ਇਹਦੇ ਉੱਤੇ ਸਟ੍ਰਿਕਟਲੀ ਇੱਕ ਲੈਟਰ ਕੱਢ ਦੇਣਾ ਚਾਹੀਦਾ ਕਿ ਨਹੀਂ, ਦਸਵੇਂ ਚੌਥੇ ਜੋ ਵੀ ਲੋਕ ਕਰਦੇ ਨੇ ਹਨਾ, ਅੰਤਿਮ ਅਰਦਾਸ ਦੇ ਲਈ ਜੋ ਵੀ ਕੀਤਾ ਜਾਂਦਾ, ਉਹਨੂੰ ਥੋੜੇ ਦਿਨਾਂ ਦੇ ਲਈ ਸਾਡੀ ਕੌਮ ਦੇ ਭਲੇ ਦੇ ਲਈ ਇਹ ਵੀ ਇੱਕ ਫਰਜ਼ ਹੈ ਵੀਰ ਜੀ। ਮਤਲਬ ਕਿ ਸਾਡੇ ਮਾਨਵਤਾ ਦਾ ਸਮਾਜਿਕ ਤੌਰ ਤੇ ਇੱਕ ਫਰਜ਼ ਬਣਦਾ ਕਿ ਸਾਨੂੰ ਹੋਰ ਘਾਟਾ ਨਾ ਹੋਵੇ, ਕਿ ਸਾਡੇ ਹੋਰ ਜਿਹੜੇ ਵੀਰ ਨੇ ਭੈਣ ਭਰਾ ਨੇ ਸਾਡੇ ਵਿੱਚੋਂ ਨਾ ਜਾਣ। ਔਰ ਇੱਥੇ ਅਜਮੀਤ ਸਿੰਘ ਜੀ ਲਿਖ ਰਹੇ ਨੇ, ਤੁਹਾਨੂੰ ਬਰਥਡੇ ਵਿਸ਼ ਵੀ ਦੇ ਰਹੇ ਨੇ ਉਹ,
ਔਰ ਇੱਥੇ ਲਿਖ ਰਹੇ ਨੇ ਉਹ ਕਿ ਅਮਨਵੀਰ ਜੀ ਅਤੇ ਉਹਨਾਂ ਦੀ ਸਾਰੀ ਟੀਮ ਦੀ ਬਹੁਤ ਵੱਡੀ ਸੇਵਾ ਹੈ, ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ। ਅੱਜ ਵੀਰ ਦਾ ਬਰਥਡੇ ਹੈ ਤੇ ਸਾਰੇ ਵੀਰ ਨੂੰ ਜਿਹੜੀਆਂ ਅਸੀਸਾਂ ਦਿਓ, ਤੇ ਮੇਰੇ ਵੱਲੋਂ ਵੀ ਉਹ ਤੁਹਾਨੂੰ ਬਰਥਡੇ ਵਿਸ਼ ਕਰ ਰਹੇ ਨੇ। ਔਰ ਗੁਰਵਿੰਦਰ ਸਿੰਘ ਜੀ ਲਿਖ ਰਹੇ ਨੇ ਕਿ ਗ੍ਰੇਟ ਵਰਕ ਅਮਨ ਜੀ। ਔਰ ਗੁਰਮੀਤ ਸਿੰਘ ਲਿਖ ਰਹੇ ਨੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਅਨਾਉਂਸ ਕਰ ਦੇਣ ਕਿ 10th ਡੇ ਵੀ ਜਿਹੜਾ ਉਹਦੇ ਲਈ ਵੀ ਲਿਮਿਟਡ ਹੋਣੀ ਚਾਹੀਦੀ ਆਡੀਅנס, ਲੋਕ ਜੀ ਮੈਂ ਲਿਮਿਟਡ। ਤੁਹਾਨੂੰ ਬੋਲੀ ਹੈ ਹਾਂਜੀ ਫੈਮਿਲੀ ਦੇ ਬੰਦੇ ਹੀ ਆਵਣ ਜੀ, ਤਾਂ ਕਿ ਜ਼ਿਆਦਾ ਰਸ਼ ਨਾ ਪਵੇ ਉੱਥੇ। ਦੇਖੋ ਜਿਹੜਾ ਵੀ ਹੁਣ ਆ ਰਿਹਾ ਜਿਨ੍ਹਾਂ ਦੇ ਘਰ ਦੇ ਵਿੱਚ ਪੋਜ਼ਿਟਿਵ ਸਨ, ਬੇਸ਼ੱਕ ਉਹ ਨੈਗੇਟਿਵ ਹਨ, ਬਟ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਉਹ ਪੋਜ਼ਿਟਿਵ ਸੀ ਜਾਂ ਨੈਗੇਟਿਵ ਸੀ। ਇਹ ਚੀਜ਼ ਚੱਲ ਰਹੀ ਹੈ ਬਹੁਤ ਜ਼ਿਆਦਾ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਅਵੇਅਰ ਹੋਣਾ ਪਏਗਾ ਤੇ ਇਹ ਡਿਸਟ੍ਰਿਕਟ ਕਮੇਟੀ ਦਾ ਵੀ ਫਰਜ਼ ਬਣਦਾ ਹੈ, ਗੁਰਦੁਆਰੇ ਦੇ ਜਿਹੜੇ ਮੈਨੇਜਮੈਂਟ ਕਮੇਟੀ ਹੈ ਉਹਨਾਂ ਦਾ ਵੀ ਫਰਜ਼ ਬਣਦਾ ਹੈ, ਜਿੰਨੇ ਵੀ ਗੁਰਦੁਆਰੇ ਚਾਹੇ ਉਹ ਡਿਸਟ੍ਰਿਕਟ ਕਮੇਟੀ ਅੰਦਰ ਹਨ ਜਾਂ ਡਿਸਟ੍ਰਿਕਟ ਕਮੇਟੀ ਤੋਂ ਬਾਹਰ, ਤੇ ਉਹਨਾਂ ਦਾ ਵੀ ਫਰਜ਼ ਬਣਦਾ, ਬਖੂਬੀ ਫਰਜ਼ ਬਣਦਾ। ਪ੍ਰਧਾਨ ਸਾਹਿਬ ਜਿੰਨੇ ਵੀ ਗੁਰਦੁਆਰਿਆਂ ਦੇ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਸਟ੍ਰਿਕਟਲੀ ਇਹ ਚੀਜ਼ ਦਾ ਉੱਪਰ ਬੋਲਿਆ ਜਾਏ ਔਰ ਇਹਨੂੰ ਸ਼ਾਰਟ ਦੇ ਵਿੱਚ ਕੀਤਾ ਜਾਏ। ਜਿਹੜਾ ਦਸਵੇਂ ਵੀ ਹੈ, ਜਿਹੜਾ ਰੀਤੀ ਰਿਵਾਜ ਹੈ ਦਸਵੇਂ ਵਾਲਾ, ਜੋ ਅਸੀਂ ਸਮਾਜਿਕ ਕਰਨਾ ਉਹ ਕਰਨਾ ਹੀ ਕਰਨਾ, ਇਹਦੇ ਉੱਪਰ ਲਿਮਿਟਿਡ ਕੀਤਾ ਜਾਏ ਔਰ ਸ਼ਾਰਟ ਕੀਤਾ ਜਾਏ, ਤਾਂ ਕਿ ਜਿਹੜਾ ਅਸੀਂ ਪਹਿਲੇ 2-2.5 ਘੰਟੇ ਦਾ ਪ੍ਰੋਗਰਾਮ ਹੁੰਦਾ ਸੀ ਉਹਨੂੰ ਅੱਧੇ ਘੰਟੇ 'ਚ ਹੀ ਮਹਾਰਾਜ ਦਾ ਭੋਗ, ਪ੍ਰਕਾਸ਼ ਦਾ ਭੋਗ ਪਵਾਉਣਾ, ਉਹਨਾਂ ਨੇ ਪਾਠ ਦਾ ਭੋਗ ਪਵਾ ਕੇ ਇੱਕ ਸ਼ਬਦ ਪੜ੍ਹਾ ਕੇ ਤੇ ਆਨੰਦ ਸਾਹਿਬ ਕਰਵਾ ਕੇ ਅਰਦਾਸ ਕਰਕੇ ਤੇ ਭੋਗ ਜਿੰਨਾ ਜਲਦੀ ਹੋ ਸਕੇ ਪਾਏ, ਤਾਂ ਕਿ ਉੱਥੇ ਲੋਕੀ ਆਣ ਜਾਣ, ਤੇ ਉਹਦੇ ਨਾਲ ਵੀ ਮੇਰੇ ਹਿਸਾਬ ਨਾਲ ਫਰਕ ਪਏਗਾ। ਜੀ 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 ਬਿਲਕੁਲ, ਕਿਉਂਕਿ ਸਾਡੇ ਲਈ ਹੀ, ਸਾਡੀ ਕਮਿਊਨਿਟੀ ਦੇ ਲਈ, ਸਾਡੇ ਸਮਾਜ ਦੇ ਲਈ ਆਪਾਂ ਆਪਣਿਆਂ ਦੇ ਭਲੇ ਦੀ ਹੀ ਗੱਲ ਕਰ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਵੀ ਸੁਝਾਅ ਦਿੱਤੇ ਨੇ, ਤੇ ਤਰਨ ਮਹਿਤਾ ਵੀ ਇੱਥੇ ਲਿਖ ਰਹੇ ਨੇ ਕਿ ਜੇ ਥੋੜੀ ਦੇਰ ਵਾਸਤੇ ਸੋਸ਼ਲ ਡਿਸਟੈਂਸਿੰਗ ਕਰ ਲਾਂਗੇ ਤਾਂ ਆਪਣਾ ਹੀ ਬਚਾਵ ਹੈ। ਕਿ ਅਗਰ ਸ਼ੀਤਲ ਕੌਰ ਜੀ ਲਿਖ ਰਹੇ ਨੇ ਕਿ 3rd ਵੇਵ ਦੀ ਅਨਾਉਂਸਮੈਂਟ ਹੋ ਗਈ ਹੈ ਤੇ ਅਜੇ ਵੀ ਤਿਆਰੀ ਕੋਈ ਨਹੀਂ ਹੈ ਗਵਰਨਮੈਂਟ ਵੱਲੋਂ। ਅਗਰ 3rd ਵੇਵ ਆਉਂਦੀ ਹੈ, 2nd ਵੇਵ ਨਹੀਂ ਸੰਭਾਲੀ ਜਾ ਰਹੀ ਸਾਡੇ ਕੋਲੋਂ ਗਵਰਨਮੈਂਟ ਪ੍ਰਸ਼ਾਸਨ ਕੋਲੋਂ, ਤਾਂ ਅਗਰ 3rd ਵੇਵ ਦੀ ਅਨਾਉਂਸਮੈਂਟ ਹੋਈ ਹੈ ਤੇ ਸ਼ਾਇਦ 3rd ਵੇਵ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਜਿਹੜੀ ਹੋ ਸਕਦੀ ਹੈ। ਜੋ ਤੇ ਅਸੀਂ ਸੁਣਨੇ ਚ ਆਇਆ ਹੈ ਕਿ ਦਿੱਲੀ ਦੇ ਵਿਖੇ ਤੇ ਅਨਾਉਂਸ ਕਰ ਦਿੱਤਾ ਗਿਆ ਕਿ 3rd ਵੇਵ ਜਿਹੜੀ ਹੈ ਬੜੀ ਜਲਦੀ ਆने वाली है। आप देख सकते हो कल ਜਿਹੜੇ ਉਹ ਸਾਡੇ ਇੱਕ ਜਰਨੈਲ ਸਿੰਘ ਜੀ ਜਿਨ੍ਹਾਂ ਦਾ ਪੱਤਰਕਾਰ ਵੀ ਔਰ ਕਾਫੀ ਯੋਗਦਾਨ ਰਿਹਾ, ਸੁਣ ਕੇ ਬੜਾ ਹੋਇਆ। ਤੇ ਬਾਕੀ ਇਸ ਤਰ੍ਹਾਂ ਦੀਆਂ ਸਾਡੇ ਨਾਲ ਦਿੱਲੀ ਤੋਂ ਵੀ ਵੀਰ ਹਨ ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ, ਉਹ ਪੁੱਛਦੇ ਰਹਿੰਦੇ ਨੇ ਕਿ ਜੰਮੂ ਕਸ਼ਮੀਰ ਦੇ ਕੀ ਹਾਲਾਤ ਨੇ, ਤੇ ਅਸੀਂ ਤੇ ਮਤਲਬ ਜੋ ਅਸੀਂ ਦੇਖ ਰਹੇ ਹਾਂ ਉਹ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ। ਬਟ ਇਹਦੇ ਵਿੱਚ ਮੈਂ ਭੈਣ ਜੀ ਇੱਕ ਗੱਲ ਜ਼ਰੂਰ ਬੋਲਣਾ ਚਾਹਾਂਗਾ ਕਿ ਜਿੰਨੀ ਦੇਰ ਤੱਕ ਪ੍ਰਸ਼ਾਸਨ ਸੀਰੀਅਸਲੀ ਇਹਦੇ ਪਰ ਕੁਝ ਨਹੀਂ ਕਰਦਾ, ਇਹਦਾ ਕੋਈ ਹੱਲ ਨਹੀਂ ਹੋਣਾ। ਸਟ੍ਰਿਕਟ ਐਕਸ਼ਨ ਲੈਣੇ ਪੈਣੇ ਨੇ, ਬਿਨਾਂ ਸਟ੍ਰਿਕਟ ਐਕਸ਼ਨ ਤੋਂ ਕੋਈ ਵੀ ਤੁਸੀਂ ਅਗਰ ਕਹੋਗੇ ਕਿ ਇਹਦਾ ਕੋਈ ਹੱਲ ਨਿਕਲੇਗਾ, ਇਹ ਨਹੀਂ ਨਿਕਲਣਾ ਜੀ। ਕਿਉਂਕਿ ਅਜੇ ਤੱਕ ਜਿਹੜਾ ਕੰਮ ਇਹਨਾਂ ਨੂੰ ਜਿੰਨੀ ਜਲਦੀ ਕਰਨਾ ਚਾਹੀਦਾ ਉਤਨਾ ਡਿਲੇ ਹੋ ਰਿਹਾ। ਕਿਉਂ? ਫਿਰ ਆਖਿਰਕਾਰ ਫਿਰ ਇਸੇ ਕਰਕੇ ਆਉਂਦਾ ਹੈ ਵਰਡ ਇਹ ਵਾਲਾ ਕਿ ਕਰਪਸ਼ਨ, ਕਿਤੇ ਨਾ ਕਿਤੇ ਫਿਰ ਕਰਪਸ਼ਨ ਦੀ ਜਿਹੜੀ ਚੀਜ਼ ਹੈ ਉਹ ਨਜ਼ਰ ਆਉਂਦੀ ਹੈ। ਤੇ ਔਰ ਵੈਸੇ ਵੀ ਅਸੀਂ ਦੇਖ ਰਹੇ ਹਾਂ ਮਾਰਕੀਟ ਦੇ ਵਿੱਚ, ਅਸੀਂ ਦੇਖ ਰਹੇ ਹਾਂ ਕਿ ਇੱਕ ਫਲੋ ਮੀਟਰ ਦੀ ਕਾਸਟ ਜਿਹੜੀ 1200 ਤੋਂ 1500 ਦੇ ਵਿਕੇ ਹੈ, ਉਹ ਫਲੋ ਮੀਟਰ 4000 5000 6000 ਦਾ ਵਿਕ ਰਿਹਾ ਜੀ। ਜਿਹੜੀ ਮੈਂ ਤੁਹਾਨੂੰ ਬਾਇਓ ਪਾਈਪ ਦੀ ਗੱਲ ਦੱਸੀ ਹੈ, ਜਿਹੜੀ ਪਾਈਪ ਉਹਨੇ ਮੈਨੂੰ, ਮੈਂ ਪਰਸੋਂ ਪੁੱਛਿਆ ਤੇ ਉਹਨੇ 3000 ਦੱਸੀ ਹੈ। ਅੱਜ ਕੋਈ ਪੇਸ਼ੈਂਟ ਲੈਣ ਜਾ ਰਿਹਾ ਤਾਂ 4500 5000 ਇੱਕ ਦਿਨ ਦੇ ਅੰਦਰ ਤਾਂ 2000 ਰੁਪਏ ਰੇਟ ਵਧੀ ਜਾ ਰਿਹਾ। ਸੋ ਇਹੋ ਜਿਹੀਆਂ ਚੀਜ਼ਾਂ ਇਸ ਕਰਕੇ ਹੋ ਰਹੀਆਂ। ਜਾਂ ਫਿਰ ਮੈਂ ਇਹੋ ਜਿਹਾ ਬੋਲਾਂਗਾ ਤੇ ਫਿਰ ਉਲਟਾ ਸਿੱਧਾ ਹੋ ਜਾਣਾ ਕੰਮ, ਜਾਂ ਤੇ ਗਵਰਨਮੈਂਟ ਏਜੰਸੀਜ਼ ਮਿਲੀਆਂ ਹੋਈਆਂ ਨੇ ਨਾਲ, ਬਿਜ਼ਨਸ ਚੱਲ ਰਿਹਾ, ਲੋਕਾਂ ਦੀ ਜਾਨਾਂ ਦੀ ਪਰਵਾਹ ਨਹੀਂ ਹੈ। ਕੁਛ ਨਾ ਕੁਛ ਤੇ ਐਸਾ ਹੈ ਜਿਹਦੀ ਵਜ੍ਹਾ ਨਾਲ ਪਹਿਲੇ ਸਿਲੰਡਰ ਦੀ ਕਮੀ ਸੀ, ਅੱਜ ਬਾਇਓਪੈਪ ਦੀ ਕਮੀ ਹੋ ਗਈ। ਯਾਰ ਹਰ ਇੱਕ ਪੇਸ਼ੈਂਟ ਨੂੰ ਬਾਇਓਪੈਪ ਤੁਸੀਂ ਕਿਉਂ ਬੋਲ ਰਹੇ ਹੋ? ਮੈਂ ਪਰੇਸ਼ਾਨ ਹਾਂ। ਕੱਲ ਮੈਨੂੰ ਪਹਿਲੀ ਕਾਲ ਆਈ ਪਿਛਲੇ 1.5 ਸਾਲ ਤੋਂ ਲੈ ਕੇ ਐਸੀ ਕਿ ਬਾਇਓਪਾਈਪ ਚਾਹੀਦੀ ਹੈ ਪੇਸ਼ੈਂਟ ਵਾਸਤੇ, ਕਿਉਂਕਿ ਉਹਦਾ ਕੋਈ ਮਤਲਬ ਕਿ ਸਾਨੂੰ ਤੇ ਆਈ ਤੇ ਮੈਡੀਕਲ ਸਟੂਡੈਂਟ ਹੈ ਨਹੀਂ ਹੈ, ਸਾਨੂੰ ਪਤਾ ਨਹੀਂ ਹੈ। ਉਹਨੇ ਮੈਨੂੰ ਦੱਸਿਆ ਉਹ ਇਸ ਕੰਮ ਆਉਂਦੀ ਹੈ ਕਿ ਜਿਹੜੀ ਦਿਮਾਗ ਦੀ ਵਿੱਚ ਹੈ ਉਹਦੇ ਵਾਸਤੇ ਵੀ ਕੋਈ ਥੋੜੀ ਆਕਸੀਜਨ ਦਾ ਕੋਈ ਐਸਾ ਕੋਈ ਸਿਸਟਮ ਹੁੰਦਾ। ਅੱਜ ਮੈਨੂੰ ਫੋਨ ਆ ਰਹੇ ਨੇ ਸਵੇਰ ਦੇ ਕੋਈ 10 ਤੋਂ 15 ਫੋਨ ਕਾਲਸ ਆ ਜਾਏਗੀ ਜੀ, ਬਾਇਓਪੈਪ ਅਰੇਂਜ ਕਰ ਦੋ, ਬਾਇਓਪੈਪ। ਕੱਲ ਮੈਂ ਟਵਿੱਟਰ ਤੇ ਪੜ੍ਹ ਰਿਹਾ ਸੀ, ਉੱਥੇ ਲਿਖਿਆ ਸੀ ਕਿ ਨੀਡ ਬਾਇਓਪਾਈਪ, ਫੇਸਬੁੱਕ ਤੇ ਲਿਖਿਆ ਨੀਡ। ਯਾਰ ਅਚਾਨਕ ਬਾਇਓਪੈਪ ਦੀ ਇਤਨੀ ਜ਼ਿਆਦਾ ਜ਼ਰੂਰਤ ਪੈ ਗਈ ਜਿਹੜੀ ਕਿ ਮੇਰੇ ਹਿਸਾਬ ਨਾਲ ਕੋਵਿਡ ਪੇਸ਼ੈਂਟ ਵਾਸਤੇ ਜ਼ਰੂਰਤ ਨਹੀਂ ਹੈ। ਇਹ ਤੇ ਫਿਰ ਮੈਨੂੰ ਇਹੋ ਹੀ ਲੱਗ ਰਿਹਾ ਕਿ ਕੋਈ ਮਿਲੀ ਭਗਤ ਹੈ ਜਿਹਦੇ ਵਿੱਚ ਬਿਜ਼ਨਸ ਕੀਤਾ ਜਾ ਰਿਹਾ। ਸਾਫ਼ ਤੌਰ ਤੇ ਮੈਂ ਇਹ ਗੱਲ ਕਹਿਣੇ ਤੇ ਮੈਂ ਡਰਾਂਗਾ ਨਹੀਂ,
क्योंकि हर एक चीज की कालाबाजारी हो रही है, ब्लैक मार्केटिंग हो रही है। चाहे वो सिलेंडर देख लो, ईवन के मुंह से बनने वाला मास्क देख लो, 2 रुपए का जी मास्क 10 रुपए का बिक रहा है। जी 10 रुपए तक इहो बिल्कुल मास्क ਜਿਹੜਾ ਹੈ, ਜਿਸਲੇ ਕੋਵਿਡ ਦੇ ਥੋੜੀ ਸਾਰੀ ਰਿਲੈਕਸੇਸ਼ਨ ਮਿਲੀ ਤੇ ਲੋਕਾਂ ਨੇ ਡੱਬਿਆਂ 'ਚ ਪਾ ਕੇ ਦੁਕਾਨਾਂ ਦੇ ਬਾਹਰ ਰੱਖਤੇ ਸਨ। ਉਹਨਾਂ ਨੇ ਕਿਹਾ ਹੋਰ ਕਿੱਥੇ ਵਿਕਣੇ। ਅੱਜ ਉਹੀਓ ਮਾस्क उन्होंने साफ सूफ करके 2 रुपए वाला मास्क 10-10 15-15 रुपए ਦੇ ਸੇਲ ਆਊਟ ਹੋ ਰਿਹਾ। ਸੋ ਐਸੀਆਂ ਚੀਜ਼ਾਂ ਨੂੰ ਸਾਨੂੰ ਇਹ ਚੀਜ਼ ਯਾਦ ਰੱਖਣੀ ਪੈਣੀ ਹੈ ਕਿ ਭਾਈ जी जी ਅਗਰ ਅਸੀਂ ਜ਼ਿੰਦਗੀ 'ਚ ਇੱਥੇ ਜਨਮ ਲਿਆ, ਅਸੀਂ ਮਰਨਾ ਵੀ ਹੈ। ਸੋ ਪੈਸਾ ਹੀ ਸਭ ਕੁਝ जी ਨਹੀਂ ਹੈ। ਇਸ ਟਾਈਮ ਜਿੰਨੀ ਅਗਰ ਕੋਈ ਸੇਵਾ ਕਰ ਸਕਦਾ ਕਰੇ। ਔਰ ਖਾਸ ਕਰ ਮੈਂ ਐਡਮਿਨਿਸਟ੍ਰੇਸ਼ਨ ਅੱਗੇ ਔਰ ਡਾਕਟਰ ਸਾਹਿਬ ਅੱਗੇ, ਕਿਉਂਕਿ ਉਹ ਸਭ जी ਲੋਕ ਸਮਝਦਾਰ ਪੜ੍ਹੇ ਲਿਖੇ ਲੋਕ ਹਨ, ਉਹਨਾਂ ਨੂੰ ਇਹ ਚੀਜ਼ਾਂ ਨੂੰ ਥੋੜਾ ਇਗਨੋਰ ਕਰਨਾ ਚਾਹੀਦਾ। ਲੋਕਾਂ ਨੂੰ ਪੈਨਿਕ ਜਿਹੜੇ ਨਾ ਡਾਕਟਰ ਸਾਹਿਬ ਜਿਹੜੇ ਆਨਲਾਈਨ ਚੈੱਕ ਕਰ ਰਹੇ ਨੇ, ਮੈਂ ਸਾਰੇ ਡਾਕਟਰਾਂ ਦੀ ਗੱਲ ਨਹੀਂ ਕਰਾਂਗਾ, ਪਰ ਜਿਹੜੇ ਡਾਕਟਰ ਸਾਹਿਬ ਆਨਲਾਈਨ ਚੈੱਕ ਕਰ ਰਹੇ ਨੇ ਉਹਨਾਂ ਨੂੰ ਪਲੀਜ਼ ਇਹ ਸੁਜੈਸ਼ਨ ਨਾ ਦਿੱਤੀ ਜਾਏ ਕਿ ਸਿਲੰਡਰ ਦਾ ਅਰੇਂਜ ਕਰ ਲਓ। ਅਰੇ ਭਾਈ जी ਸਿਲੰਡਰ ਦਾ ਅਰੇਂਜ ਕਰ ਲਓ, ਆਨਲਾਈਨ ਤੁਸੀਂ ਬੋਲਦਾ ਸਿਲੰਡਰ ਅਰੇਂਜ ਕਰ ਲਓ। ਉਹ ਬੰਦੇ ਵਿਚਾਰੇ ਦੌੜਾਂ ਲੱਗ ਜਾਂਦੇ ਨੇ। ਅਗਰ ਮੈਂ ਆਪਣਾ ਹੀ ਦੱਸਦਿਆਂ, ਕਈ ਵਾਰ ਸਾਡੇ ਕੋਲ ਸਿਲੰਡਰ ਨਹੀਂ ਹੁੰਦਾ ਅਵੇਲੇਬਲ, ਸਾਨੂੰ ਗਾਲਾਂ ਵੀ ਸੁਣਨ ਨੂੰ ਮਿਲਦੀਆਂ ਕਿ ਤੁਸੀਂ ਕਿਸ ਵਾਸਤੇ जी ਬੈਠੇ ਹੋ। ਅਰੇ ਭਾਈ ਸਾਹਿਬ ਸਾਡੇ ਕੋਲ ਜੋ ਅਸੀਂ ਜਿੱਤੇ ਆ ਕਰ ਰਹੇ ਹਾਂ। ਹੁਣ ਅਸੀਂ ਜਿਹਨੂੰ ਸਿਲੰਡਰ ਦਿੱਤੇ ਦਾ ਉਹਨੂੰ ਅਗਰ ਫੋਨ ਕਾਲ ਕਰਕੇ ਪੁੱਛਦੇ ਹਾਂ, ਭਾਈ ਸਾਹਿਬ ਸਿਲੰਡਰ ਫ੍ਰੀ ਹੋ ਗਿਆ, ਉਹਨੇ ਕਹਿਣਾ ਜੀ ਅੱਗੇ ਦਾ ਡਾਕਟਰ ਸਾਹਿਬ ਨੇ ਕਿਹਾ ਜੀ 3 दिन ਹੋਰ ਰੱਖੋ ਕੋਲ। ਲਗਾਣਾ ਨਹੀਂ ਹੈ, ਰੱਖੋ। 90% ਲੋਕੀ ਕੀ ਕਰ ਰਹੇ ਨੇ, ਜਿਹੜੇ ਹਸਪੀਟਲ ਤੋਂ ਨੈਗੇਟਿਵ ਹੋ ਕੇ ਆ ਰਹੇ ਨਾ, ਉਹਨਾਂ ਨੂੰ ਡਾਕਟਰ ਸਾਹਿਬ ਹਸਪੀਟਲ ਦੇ ਡਾਕਟਰ ਬੋਲ ਰਹੇ ਕਿ ਤੁਸੀਂ ਜਿਹੜਾ ਸਿਲੰਡਰ ਘਰ ਅਰੇਂਜ ਕਰਕੇ ਰੱਖ ਲਓ, ਇਹਨਾਂ ਨੂੰ ਜ਼ਰੂਰਤ ਪੈ ਸਕਦੀ ਹੈ। ਅਰੇ ਭਾਈ ਤੂੰ ਉਹਨਾਂ ਨੂੰ ਨੈਗੇਟਿਵ ਕਰਕੇ ਠੀਕ ਕਰਕੇ ਘਰ ਭੇਜ ਰਿਹਾ ਹੈ। ਆਕਸੀਜਨ ਲੈਵਲ ਉਹਨਾਂ ਦਾ 93 94 95 ਹੈ, ਫਿਰ ਵੀ ਤੁਸੀਂ ਕਹਿ ਰਹੇ ਹੋ ਜ਼ਰੂਰਤ ਪੈ ਸਕਦੀ ਹੈ। ਦੇਖੋ ਲੋਕਾਂ ਨੇ ਤੇ ਡਾਕਟਰਾਂ ਦੀ ਗੱਲਾਂ ਸੁਣਨੀਆਂ ਹੀ ਹਨ। ਜੋ ਡਾਕਟਰ ਕਹੇਗਾ, ਕਿਉਂਕਿ ਡਾਕਟਰ ਇਸ ਟਾਈਮ ਉਹਨਾਂ ਵਾਸਤੇ ਰੱਬ ਹੈ। ਜਿਹਦਾ ਕੋਈ ਜਿਹਦੀ ਮਦਰ ਫਾਦਰ ਜਾਂ ਭੈਣ ਭਰਾ ਬੱਚਾ ਕੋਈ ਪੋਜ਼ਿਟਿਵ ਤੋਂ ਨੈਗੇਟਿਵ ਹੋ ਕੇ ਆਏਗਾ, ਜੰਗ ਲੜ जी ਕੇ ਆਏਗਾ। ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਕਿ ਜਿਸ ਤਰ੍ਹਾਂ ਹੀ ਕੋਈ ਬੰਦੇ ਗਾਂਧੀਨਗਰ ਹਸਪੀਟਲ ਤੋਂ ਨੈਗੇਟਿਵ ਹੋ ਕੇ ਆਉਂਦੇ ਸਨ ਤੇ ਲੋਕੀ ਉਹਨਾਂ ਨੂੰ ਐਪਰੀਸ਼ੀਏਟ, ਮਤਲਬ ਕਿ ਤਾੜੀਆਂ ਮਾਰ ਕੇ ਫੁੱਲਾਂ ਦੇ ਹਾਰ ਪਵਾ ਕੇ ਤੇ ਉਹਨਾਂ ਦਾ ਸਵਾਗਤ ਕਰਦੇ ਸਨ ਕਿ ਉਹ ਜੰਗ ਜਿੱਤ ਕੇ ਆਏ। ਤੇ जी ਤੁਹਾਡੇ ਚੈਨਲ ਦੇ ਰਾਹੀਂ ਵੀ ਮੈਂ ਦੇਖਿਆ ਸੀ ਕਈ ਲੋਕਾਂ ਨੂੰ ਕਿ ਉੱਥੋਂ ਜਿਸਲੇ ਉਹ ਬਾਹਰ ਆ ਰਹੇ ਸਨ ਉਹਨਾਂ ਨੂੰ ਹਾਰ ਪਵਾ ਕੇ ਸਵਾਗਤ ਕੀਤਾ ਜਾ ਰਿਹਾ ਸੀ। ਤੇ ਅੱਜ ਦੀ जी ਡੇਟ ਵਿੱਚ ਕੀ ਹੋ ਰਿਹਾ, ਉਹਨਾਂ ਨੂੰ ਹਾਰ ਪਵਾ ਕੇ ਸਵਾਗਤ ਨਹੀਂ ਕੀਤਾ ਜਾ ਰਿਹਾ, ਉਹਨਾਂ ਨੂੰ ਨਾਲ ਹੀ ਨਸੀਹਤ ਦਿੱਤੀ ਜਾ ਰਹੀ ਹੈ, ਭਾਈ ਤੁਸੀਂ ਇੱਕ ਸਿਲੰਡਰ ਦਾ ਇੰਤਜ਼ਾਮ ਕਰਕੇ ਰੱਖ ਲਓ, ਅਜੇ 10 ਦਿਨ ਤੁਸੀਂ ਅਜੇ ਸੇਫ ਨਹੀਂ ਹੋ। ਸੋ ਇਹ ਚੀਜ਼ਾਂ ਨੂੰ ਥੋੜਾ ਧਿਆਨ ਰੱਖਣਾ ਪੈਣਾ ਔਰ ਸਾਨੂੰ ਵੀ ਇਹਨਾਂ ਚੀਜ਼ਾਂ ਦੀ ਸਮਝ ਰੱਖਣੀ ਪੈਣੀ ਹੈ। ਤੇ ਖਾਸ ਕਰ ਮੈਂ ਪੇਸ਼ੈਂਟਸ ਨੂੰ, ਜਿਹੜੇ ਅਗਰ ਕੋਈ ਕਿਧਰੇ ਸੁਣਦੇ ਹੋਣਗੇ, ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਤੇ ਘਬਰਾਣਾ ਨਹੀਂ ਹੈ, ਡਟ ਕੇ ਕਰਨਾ ਇਹਦਾ ਸਾਹਮਣਾ। ਕੋਈ ਪਤਾ ਨਹੀਂ ਅੱਜ ਅਸੀਂ ਤੁਹਾਡੇ ਨਾਲ ਇੱਥੇ ਗੱਲ ਕਰ ਰਹੇ ਹਾਂ, ਕੱਲ ਰਾਤ ਸੇਰ ਕੇ ਇਸ ਵਾਇਰਸ ਦਾ ਕੋਈ ਕਿਸੇ ਨੂੰ ਨਹੀਂ ਪਤਾ ਕਿਸ ਨੂੰ ਲੱਗਣਾ। ਨਾ ਇਹਨੇ ਸੰਤਰੀ ਦੇਖਣਾ, ਨਾ ਮੰਤਰੀ, ਨਾ ਗਰੀਬ, ਨਾ ਅਮੀਰ। ਹਾਂ, ਪ੍ਰੀਕਾਸ਼ਨ ਸਾਡੀਆਂ ਆਪਣੇ ਹੱਥ 'ਚ। ਮੌਤ ਇਸ ਟਾਈਮ ਅਸੀਂ ਆਪਣੀ ਤਲੀ ਉੱਪਰ ਲਾ ਕੇ ਘੁੰਮ ਰਹੇ ਹਾਂ, ਚਾਹੇ ਉਹ ਘਰ ਦੇ ਵਿੱਚ ਹੈ, ਚਾਹੇ ਉਹ ਘਰ ਦੇ ਬਾਹਰ ਹੈ। ਜਿੰਨੀ ਦੇਰ ਤੱਕ ਅਸੀਂ ਇਸ ਨੂੰ ਇਹਦਾ ਜਿਹੜਾ ਮਤਲਬ ਕਿ ਪੂਰੀ SOPs ਦਾ ਪਾਲਣ ਨਹੀਂ ਕਰਾਂਗੇ, ਇਤਨੀ ਦੇਰ ਤੱਕ ਅਸੀਂ ਸੇਫ ਨਹੀਂ ਹਾਂ। ਜੀ ਔਰ ਇੱਥੇ ਇੱਕ ਗੱਲ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਈਏ ਕਿ ਦੇਖੋ, ਅਗਰ ਸੰਸਥਾਵਾਂ ਦਸਵੰਧ ਦੇ ਨਾਲ, ਸਿਰਫ ਹੈਲਪ ਦੇ ਨਾਲ ਅਗਰ ਇੰਨੀ ਮਦਦ ਕਰ ਰਹੀਆਂ ਨੇ, ਤਾਂ ਪ੍ਰਸ਼ਾਸਨ ਦੇ ਕੋਲ ਤੇ ਬਹੁਤ ਕੁਝ ਹੈ। ਪ੍ਰਸ਼ਾਸਨ ਤਾਂ ਬਹੁਤ ਕੁਝ ਪ੍ਰੋਵਾਈਡ ਕਰਵਾ ਸਕਦੀ ਹੈ। ਔਰ ਇਹਨਾਂ ਵੀਰ ਜਿਹੜੇ ਨਿਸ਼ਕਾਮ ਸੇਵਾਵਾਂ ਕਰ ਰਹੇ ਨੇ, ਉਹ ਸਿਰਫ ਆਪਣੇ ਭੈਣ ਭਰਾਵਾਂ ਦੀ, ਜਿਹੜੇ ਸੱਜਣ ਮਿੱਤਰ ਨੇ, ਜਿਹੜੇ ਦਸਵੰਧ ਦੇ ਰਹੇ ਨੇ, ਉਹਨਾਂ ਦੀ ਮਦਦ ਦੇ ਨਾਲ ਹੀ ਕਰ ਰਹੇ ਨੇ। ਤਾਂ ਪ੍ਰਸ਼ਾਸਨ ਦੇ ਕਾਫੀ ਕੁਝ ਕਰ ਸਕਦਾ ਹੈ। ਔਰ ਅੱਗੇ ਦੇਖਦੇ ਹਾਂ ਕਿ ਕੀ ਕੁਝ ਪ੍ਰਸ਼ਾਸਨ ਦੇ ਰਾਹੀਂ ਕੀਤਾ ਜਾ ਰਿਹਾ। ਹਲੇ ਤਾਂ ਥੋੜੀ ਕਛੂਆ ਚਾਲ ਹੀ ਚੱਲ ਰਹੀ ਹੈ ਕਿ ਜਿਸ ਹਿਸਾਬ ਦੇ ਨਾਲ ਕੇਸਿਸ ਵੀ ਵੱਧ ਰਹੇ ਨੇ। ਇਹ ਹਾਲਾਤ ਦੇਖ ਕੇ ਆਸੇ ਪਾਸੇ ਇੰਨੀ ਤਰਾਹੀ ਮੱਚੀ ਹੋਈ ਹੈ, ਫਿਰ ਵੀ ਜਿੱਦਾਂ ਕਹਿੰਦੇ ਨੇ ਕਿ ਮਸਤ ਹਾਥੀ ਦੇ ਵਾਂਗੂ ਮਦਮਸਤ ਹੋ ਕੇ ਔਰ ਕਛੂਆ ਚਾਲ ਚੱਲਣੀ ਸ਼ੁਰੂ ਕੀਤੀ ਹੋਈ ਹੈ। ਦੇਖਦੇ ਆ ਕਦੋਂ ਦੌੜਨਾ ਸ਼ੁਰੂ ਕਰਦਾ ਪ੍ਰਸ਼ਾਸਨ, ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਤੇ ਬਾਕੀ ਤੁਸੀਂ ਜਿਹੜੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਨਾਲ ਸਾਂਝੇ ਕੀਤੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੇ ਇੱਥੇ ਬਿਲਕੁਲ ਹਰਿੰਦਰ ਸਿੰਘ ਲਿਖ ਰਹੇ ਨੇ ਕਿ ਬਲੈਕ ਮਾਰਕੀਟ ਤੇ ਸ਼ਰੇਆਮ ਹੋ ਰਹੀ ਹੈ ਫੈਕਟਰੀ ਏਰੀਆ ਦੇ ਵਿੱਚ। ਹੁਣ ਜਿਨ੍ਹਾਂ ਦੇ ਨਾਲ ਉਹ ਆਪਣੇ ਸੁਝਾਅ ਦੇ ਰਹੇ ਨੇ, ਜਿਨ੍ਹਾਂ ਨੇ ਅਕਸਰ ਕੁਝ ਮਹਿਸੂਸ ਹੋਇਆ, ਉਹ ਆਪਣੇ ਜਿਹੜੇ ਗੱਲ ਦੱਸ ਰਹੇ ਨੇ। ਜਗਮੀਤ ਸਿੰਘ ਖਾਲਸਾ ਲਿਖ ਰਹੇ ਨੇ ਕਿ ਅਮਨਵੀਰ ਸਭ ਬਿਜ਼ਨਸ ਕਰ ਰਹੇ ਨੇ। ਬਿਲਕੁਲ ਤੁਹਾਡੇ ਵਾਲੀ ਗੱਲ ਕਿ ਬਿਜ਼ਨਸ ਹੋ ਰਿਹਾ। ਅਜਮੀਤ ਸਿੰਘ ਲਿਖ ਰਹੇ ਨੇ ਕਿ ਬਿਲਕੁਲ ਸਹੀ ਕਿਹਾ ਅਮਨਵੀਰ ਨੇ, ਬਲੈਕ ਮਾਰਕਿੰਗ ਬਹੁਤ ਹੋ ਰਹੀ ਹੈ, ਇਹਨਾਂ ਲੋਕਾਂ ਨੂੰ ਡਰ ਹੀ ਨਹੀਂ ਹੈ। ਦੁਨੀਆ ਮਰਨ ਤੇ ਆਈ ਹੋਈ ਹੈ ਤੇ ਇਹਨਾਂ ਨੇ ਕਿੱਥੇ ਲੈ ਕੇ ਜਾਣਾ ਇਹ ਸਾਰਾ ਕੁਝ। ਬਿਲਕੁਲ ਅਜਮੀਤ ਵੀਰ ਵੀ ਬਿਲਕੁਲ ਠੀਕ ਲਿਖ ਰਹੇ ਨੇ। ਔਰ ਗੁਰਮੀਤ ਕੌਰ ਕਹਿ ਰਹੇ ਨੇ, ਪਲੀਜ਼ ਅਰੇਂਜ ਦਾ ਸੈਸ਼ਨ ਆਫ ਡਾਕਟਰ ਹਰਦੀਪ ਸਿੰਘ, ਸੀਨੀਅਰ ਪ੍ਰੋਫੈਸਰ ਮੈਡੀਸਿਨ, ਗਵਰਨਮੈਂਟ ਮੈਡੀਕਲ ਕਾਲਜ श्रीनगर।
ਹੰਬਲ ਰਿਕੁਐਸਟ, ਉਹਨਾਂ ਦਾ ਸੈਸ਼ਨ ਬਹੁਤ ਹੈਲਪਫੁਲ ਹੋਏਗਾ ਜੀ। ਅਸੀਂ ਕੋਸ਼ਿਸ਼ ਕਰਾਂਗੇ, ਅਗਰ ਸਾਡਾ ਸੰਪਰਕ ਹੁੰਦਾ ਹੈ ਡਾਕਟਰ ਹਰਦੀਪ ਸਿੰਘ ਹੋਣਾ ਦੇ ਨਾਲ, ਜਿਹੜੇ ਸੀਨੀਅਰ ਪ੍ਰੋਫੈਸਰ ਨੇ ਮੈਡੀਸਿਨ ਗਵਰਨਮੈਂਟ ਮੈਡੀਕਲ ਕਾਲਜ ਸ੍ਰੀਨਗਰ ਦੇ ਵਿੱਚ, ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ। ਔਰ ਬਾਕੀ ਅਮਨਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਪਣਾ ਸਮਾਂ ਕੱਢਿਆ ਵਾ। ਔਰ ਫਿਰ ਤੋਂ ਸਮੇਂ-ਸਮੇਂ ਤੇ ਅਸੀਂ ਜਿਹੜੇ ਤੁਹਾਡੇ ਸੁਝਾਅ ਲੈਂਦੇ ਰਵਾਂਗੇ ਔਰ ਦਰਸ਼ਕਾਂ ਦੇ ਤੁਹਾਨੂੰ ਰੂਬਰੂ ਕਰਦੇ ਰਵਾਂਗੇ, ਕਿਉਂਕਿ ਗਰਾਊਂਡ ਜ਼ੀਰੋ ਤੇ ਹੋ ਕੇ ਤੁਸੀਂ ਆਪਣੀਆਂ ਸੇਵਾਵਾਂ ਦੇ ਰਹੇ ਹੋ। ਤੁਹਾਡੇ ਸੁਝਾਅ ਸਾਡੇ ਲਈ ਕਾਫੀ ਸਾਰੇ ਲਾਹੇਵੰਦ ਹੁੰਦੇ ਵੀ ਨੇ ਤੇ ਅਗਾਂਹ ਵੀ ਹੋਣਗੇ। ਤੇ ਅਸੀਂ ਇਸ ਬਾਣੀ ਚੈਨਲ ਦੀ ਪੂਰੀ ਟੀਮ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਰਦਾਰ ਤਜਿੰਦਰਪਾਲ ਸਿੰਘ ਜੀ ਅਮਨ, ਜਿਨ੍ਹਾਂ ਨੇ ਬਾਖੂਬੀ ਦੱਸਿਆ ਕਿ ਕਿਸ ਤਰ੍ਹਾਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ, ਕੀ ਹੁਣ ਰਿਪੋਰਟ ਆ, ਮੌਜੂਦਾ ਹਾਲਾਤ ਕੀ ਨੇ ਔਰ ਕਿਸ ਤਰ੍ਹਾਂ ਇਹਨਾਂ ਦੇ ਵਿੱਚ ਸੁਧਾਰ ਹੋਣਾ ਚਾਹੀਦਾ। ਪ੍ਰਸ਼ਾਸਨ ਨੂੰ ਕਿੱਦਾਂ ਮੂਹਰੇ ਆ ਕੇ ਹੁਣ ਜਿਹੜੀ ਆਪਣੀ ਪਹਿਲ ਕਰ ਲੈਣੀ ਚਾਹੀਦੀ ਹੈ। ਪਹਿਲ ਹੀ ਆਪਾਂ ਤਾਂ ਕਵਾਂਗੇ, ਕਿਉਂਕਿ 1.5 ਸਾਲ ਤੋਂ ਹੁਣ ਤੱਕ ਇਹੀ ਲੱਗ ਰਿਹਾ ਕਿ ਪਹਿਲ ਕੀਤੀ ਜਾਏਗੀ। ਕਦੋਂ ਕੀਤੀ ਜਾਏਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਹਾਲਾਤਾਂ ਦੇ ਵਿੱਚ ਬਹੁਤਾ ਸੁਧਾਰ ਹੋਇਆ ਜਿਹੜਾ ਸਾਨੂੰ ਨਹੀਂ ਦਿਖ ਰਿਹਾ। ਔਰ ਉਮੀਦ ਕਰਦੇ ਹਾਂ ਕਿ ਅਗਾਂਹ ਕੁਝ ਚੰਗਾ ਸਾਡੇ ਪੂਰੇ ਸਮਾਜ ਦੇ ਲਈ ਹੋਵੇਗਾ, ਔਰ ਜਿਹੜਾ ਉਹਨਾਂ ਦੇ ਰਾਹੀਂ ਸੁਨੇਹਾ ਦਿੱਤਾ ਗਿਆ ਵਾ, ਉਹ ਵੀ ਆਪਾਂ ਅਮਲੀ ਰੂਪ ਦੇ ਵਿੱਚ ਜਿਹੜਾ ਲੈ ਕੇ ਆਵਾਂਗੇ। ਤੇ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਜੁੜੇ ਰਹੋ ਇਸ ਬਾਣੀ ਚੈਨਲ ਦੇ ਨਾਲ। ਤੇ ਹੁਣ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ